ਸਾਡੇ ਸੂਝਵਾਨ ਲੈਕਚਰਾਰ ਰਾਜਵਿੰਦਰ ਜੀ, ਇਕਨੋਮਿਕਸ ਦੇ ਲੈਕਚਰਾਰ ਹੈ ਆਪ ਜੀ। ਤੇ ਅੱਜ ਤੁਹਾਡਾ ਸਵਾਗਤ ਹੈ ਰੀਅਲ ਇਨਫੋ ਦੇ ਸਟੂਡੀਓ 'ਚ। ਧੰਨਵਾਦ ਰੀਅਲ ਇਨਫੋ ਦਾ। ਥੈਂਕ ਯੂ ਜੀ, ਥੈਂਕ ਯੂ ਅੰਮ੍ਰਿਤਪਾਲ ਜੀ, ਥੈਂਕ ਯੂ ਰੀਅਲ ਇਨਫੋ ਜੀ, ਤਾਂ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ। ਅੱਜ ਦੁਬਾਰਾ ਇਕਨੋਮਿਕਸ ਦਾ ਇੱਕ ਬੜਾ ਇੰਪੋਰਟੈਂਟ ਟੌਪਿਕ ਹੈ, ਕੋਰਿਲੇਸ਼ਨ, ਜੀ ਸਹਿ ਸੰਬੰਧ। ਇਹਦੇ ਨੂਮੈਰੀਕਲ ਜਿਹੜਾ ਬੇਟਾ ਪੇਪਰ ਦੇ ਵਿੱਚ ਆਉਂਦੇ ਨੇ ਵਿਦਿਆਰਥੀਆਂ ਨੂੰ, ਖਾਸ ਕਰਕੇ ਇਹ ਜਿਹੜੇ ਹੈ 4 ਨੰਬਰ ਦਾ ਨੂਮੈਰੀਕਲ ਜਿਹੜਾ ਉਹ ਪੇਪਰ ਦੇ ਵਿੱਚ ਕਰ ਸਕਦੇ ਨੇ। ਔਰ ਕਈ ਵਾਰੀ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ। ਮੇਰੀ ਕੋਸ਼ਿਸ਼ ਸੀ ਕਿ ਅੱਜ ਇਸ ਜਿਹੜਾ ਟੌਪਿਕ ਹੈ ਇਹਨੂੰ ਇਸ ਸੁਖਾਲੇ ਤਰੀਕੇ ਨਾਲ ਕਰਾਇਆ ਜਾਏ, ਤਾਂ ਕਿ ਬੱਚੇ ਈਜ਼ੀਲੀ ਐਗਜ਼ਾਮ ਦੇ ਵਿੱਚ ਇਹਨੂੰ ਪ੍ਰੋਕਿਉਰ ਕਰ ਸਕਣ। ਕੋਰਿਲੇਸ਼ਨ, ਹਾਂਜੀ, ਕੋਰਿਲੇਸ਼ਨ ਤੋਂ ਮਤਲਬ ਕੀ ਭਾਵ ਹੈਗਾ ਤੁਹਾਡਾ? ਕੋਰਿਲੇਟ ਵਰਡ ਤੋਂ ਦੇਖੋ, ਜਿਹਨੇ ਕੋਰਿਲੇਟ ਕਰਨਾ ਕਿਸੇ ਦੋ ਚੀਜ਼ਾਂ ਨੂੰ, ਦੋ ਚਰਾਂ ਨੂੰ ਆਪਸ ਦੇ ਵਿੱਚ ਕੋਰਿਲੇਟ ਕਰਨਾ, ਡਿਫਾਈਨ ਕੀਤਾ ਹੈ ਜੀ। ਸਾਹਮਣੇ ਡੈਫੀਨੇਸ਼ਨ ਹੈ ਸਾਡੇ ਕੋਲ ਠੀਕ ਕਿ ਹੈ। ਕੋਰਿਲੇਸ਼ਨ ਇਜ਼ ਐਨਾਲਿਸਿਸ ਆਫ ਦ ਕੋਵੇਰੀਐਂਸ ਬਿਟਵੀਨ 2 ਔਰ ਮੋਰ ਵੇਰੀਏਬਲਸ। ਦੋ ਜਾਂ ਦੋ ਤੋਂ ਜ਼ਿਆਦਾ ਚਰਾਂ ਦੇ ਵਿੱਚ ਆਪਸੀ ਸਹਿ ਸੰਬੰਧ, ਵੀ ਕਿਸ ਤਰੀਕੇ ਕੀ ਇੱਕ ਚੀਜ਼ ਦੇ ਵਧਣ ਦੇ ਨਾਲ ਦੂਜੀ ਵਧਦੀ ਹੈ, ਕੀ ਇੱਕ ਚੀਜ਼ ਦੇ ਘਟਣ ਦੇ ਨਾਲ ਦੂਜੀ ਵਧਦੀ ਹੈ, ਕੀ ਇੱਕ ਚੀਜ਼ ਦੇ ਘਟਣ ਦੇ ਨਾਲ ਦੂਜੀ ਵੀ ਘਟਦੀ ਹੈ, ਜਾਂ ਇੱਕ ਚੀਜ਼ ਦੇ ਫਰਕ ਪੈਣ ਨਾਲ ਦੂਜੇ 'ਚ ਕੋਈ ਫਰਕ ਨਹੀਂ ਪੈਂਦਾ। ਵੀ ਇਸ ਤਰੀਕੇ ਦਾ ਰਿਲੇਸ਼ਨ ਇਕਨੋਮਿਕਸ ਦੇ ਵਿੱਚ ਬੜਾ ਇੰਪੋਰਟੈਂਟ ਹੈ। ਬੜੇ ਹਾਇਰ ਲੈਵਲ ਤੇ ਬਹੁਤ ਸਟੱਡੀਜ਼ ਦੇ ਵਿੱਚ ਇਹਦੀ ਜ਼ਰੂਰਤ ਪੈਂਦੀ ਹੈ। ਲੇਕਿਨ ਪਲੱਸ 2 ਲੈਵਲ ਤੇ ਜਦੋਂ ਅਸੀਂ ਕਰਦੇ ਹਾਂ ਤੇ ਇਹਦੇ ਵਿੱਚ ਸਾਡੇ ਕੋਲ ਨੂਮੈਰੀਕਲਸ ਆਉਂਦੇ ਨੇ, ਉਸਨੂੰ ਕਿਸ ਤਰੀਕੇ ਸੋਲਵ ਕਰਨਾ ਹੈ, ਬੜਾ ਥੋੜਾ ਜਿਹਾ ਟੈਕਨੀਕਲ ਪੋਰਸ਼ਨ ਹੈ, ਮੈਥਮੈਟੀਕਲ ਪੋਰਸ਼ਨ ਹੈ। ਲੇਕਿਨ ਅਸੀਂ ਜੇ ਇਸਨੂੰ ਧਿਆਨ ਨਾਲ ਸਮਝਾਂਗੇ ਤੇ ਅਸੀਂ ਬਹੁਤ ਈਜ਼ੀਲੀ ਇਹਨੂੰ ਕਰ ਪਾਵਾਂਗੇ। ਠੀਕ ਇਹਦੇ ਹੈ। ਨਾਲ ਮੈਂ ਇਹ ਚੀਜ਼ ਕਲੀਅਰ ਕਰਨਾ ਚਾਹਾਂਗਾ ਕਿ ਮੈਂ ਆਪਣੇ ਜਿਹੜੇ ਸਟੇਟ ਰਿਸੋਰਸ ਪਰਸਨ ਨੇ ਸਾਡੇ, ਔਰ ਸਟੇਟ ਟੀਮ ਜਿਹੜੀ ਹੈ, ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਸਾਨੂੰ ਟੌਪਿਕ ਨੂੰ ਕਰਨ ਵਾਸਤੇ ਮੋਟੀਵੇਟ ਕੀਤਾ। ਤੋ ਉਹਨਾਂ ਦੀ ਮੋਟੀਵੇਸ਼ਨ ਸਦਕਾ ਹੀ ਇਹ ਟੌਪਿਕ ਜਿਹੜਾ ਅਸੀਂ ਜੀ ਜੀ, ਬਣਾ ਕੇ ਤੁਹਾਡੇ ਅੱਜ ਸਾਹਮਣੇ। ਵੀ ਤੁਸੀਂ ਮੇਰਾ ਵੇਖਿਆ ਹੋਣਾ ਆ, ਆਨਲਾਈਨ ਲੈਕਚਰ ਆਇਆ ਸੀ ਨਾ, ਹਾਂਜੀ ਤੇ ਹਾਂਜੀ ਪਵਨ ਕਾਮਰਾ ਜੀ ਸਾਡੇ ਐਸਆਰਪੀ ਨੇ, ਤੇ ਜੀ ਉਹਨਾਂ ਦਾ ਬੜਾ ਸਹਿਯੋਗ ਰਿਹਾ। ਉਹਨਾਂ ਨੇ ਪੂਰੀ ਪਾਵਰਪੁਆਇੰਟ ਮੇਰੇ ਨਾਲ ਪਹਿਲਾਂ ਬਣਵਾਈ, ਕੱਲ ਕਾਫੀ ਟਾਈਮ ਉਹਨਾਂ ਨੇ ਦਿੱਤਾ, ਤੇ ਅੱਜ ਵੇਖੋ ਬੜਾ ਵਧੀਆ ਲੈਕਚਰ ਗਿਆ ਹੈਗਾ ਜੀ। ਦੇਖੋ, ਕੁਛ ਵੀ ਕਹੋ, ਇਸ ਪਾਵਰ ਪੁਆਇੰਟ ਨੂੰ ਬਣਾਉਣ ਵਾਸਤੇ, ਲੈਕਚਰ ਨੂੰ ਤਿਆਰ ਹਾਂ, ਕਰਨ 'ਚ ਟਾਈਮ ਬਹੁਤ ਐਨਰਜੀ ਟਾਈਮ ਲੱਗਦਾ ਜੀ। ਬਹੁਤ ਇਟਸ ਅ ਲੱਗਦਾ। ਟਾਈਮ ਕੰਜ਼ਿਊਮਿੰਗ ਐਕਟੀਵਿਟੀ। ਤੁਹਾਨੂੰ ਕਈ ਵਾਰੀ ਆਪਣੀ ਫੈਮਿਲੀ ਜਿਹੜੀ ਓਬਲੀਗੇਸ਼ਨਸ ਹੈ, ਆਪਣੀ ਡਿਊਟੀ ਛੱਡ ਕੇ ਵੀ ਜੀ ਇਸ ਕੰਮ ਨੂੰ ਕਰਨਾ ਪੈਂਦਾ ਹੈ। ਔਰ ਇਹ ਕੰਮ ਕਰਨਾ ਤੇ ਵਾਕਈ ਮਿਹਨਤ ਤਾਂ ਲੱਗਦੀ ਹੈ ਜੀ, ਨੋ ਡਾਊਟ। ਤੁਸੀਂ ਇਸ ਲਈ ਜਿਹੜਾ ਹੈ ਉਹ ਵਧਾਈ ਦੇ ਪਾਤਰ ਹੋ ਕਿ ਤੁਸੀਂ ਬਹੁਤ ਸਾਰਾ ਕੰਮ ਇਸ ਫੀਲਡ 'ਚ ਕਰ ਰਹੇ ਹੋ। ਸੋ ਕੋਰਿਲੇਸ਼ਨ ਨੂੰ ਡਿਸਕਸ ਕਰਨ ਤੋਂ ਪਹਿਲੇ ਦੇਖੀਏ ਕਿ ਟਾਈਪ ਆਫ ਕੋਰਿਲੇਸ਼ਨਸ ਕੀ ਹੁੰਦੀਆਂ ਨੇ, ਕਿੰਨੀਆਂ ਕਿਸਮਾਂ ਨੇ। ਜਿਵੇਂ ਪਹਿਲੇ ਇੱਥੇ ਜ਼ਿਕਰ ਹੈ ਪੋਜ਼ਿਟਿਵ ਔਰ ਡਾਇਰੈਕਟ ਕੋਰਿਲੇਸ਼ਨ। ਪੋਜ਼ਿਟਿਵ ਔਰ ਡਾਇਰੈਕਟ ਕੋਰਿਲੇਸ਼ਨ ਦਾ ਮਤਲਬ ਕਿ ਸਿੱਧਾ, ਕੀ ਮਤਲਬ ਕਿ ਜੇ ਇੱਕ ਚੀਜ਼ ਵਧੇਗੀ ਤੇ ਦੂਸਰੀ ਦੂਸਰੇ ਵਧੇਗੀ, ਵੀ ਯਾਨੀ ਠੀਕ ਸੇਮ ਹੈ, ਡਾਇਰੈਕਸ਼ਨ। ਵੀ ਜੇ ਦੋ ਚਰ ਸਾਡੇ ਕੋਲ ਨੇ, ਜੇ ਇੱਕ ਵੱਧਦਾ ਹੈ ਤਾਂ ਦੂਸਰਾ ਵੀ ਦੂਸਰਾ ਵੀ ਵੱਧਦਾ ਵੱਧਦਾ ਹੈ, ਹੈ ਉਹਦੇ 'ਚ, ਠੀਕ ਜੇ ਹੈ ਜੀ। ਇੱਕ ਘਟਦਾ ਹੈ ਤਾਂ ਦੂਸਰਾ ਵੀ ਘਟਦਾ ਹੈ। ਔਰ ਬੜਾ ਕਲੀਅਰਲੀ ਡਿਫਾਈਨ ਕੀਤਾ ਹੈ, ਇਫ ਦ ਵੈਲਿਊ ਆਫ ਵੇਰੀਏਬਲ ਮੂਵ ਇਨ ਦ ਸੇਮ ਡਾਇਰੈਕਸ਼ਨ, ਇਨਕਰੀਜ਼ ਔਰ ਡਿਕਰੀਜ਼, ਭਾਵੇਂ ਇਨਕਰੀਜ਼ ਹੁੰਦਾ ਭਾਵੇਂ ਡਿਕਰੀਜ਼ ਹੁੰਦਾ, ਠੀਕ ਹੈ। ਦ ਕੋਰਿਲੇਸ਼ਨ ਸੈਡ ਟੂ ਬੀ ਦ ਪੋਜ਼ਿਟਿਵ। ਠੀਕ ਹੈ। दूसरा नेगेटिव और इनवर्स कोलन है, इफ द वैल्यू ऑफ टू वेरिएबल मूव्स ऑपोजिट डायरेक्शन, मतलब एक वध रहा है ते दूजा घट रहा घट रहा है। हो। हाँ जी बिल्कुल। ठीक है जी। वन इंक्रीजेस अदर डिक्रीजेस, और वन इंक्रीज डिक्रीजेस एंड द अदर इंक्रीजेस, इनू ਅਸੀਂ ਕੋरिलेशन उसी की नेगेटिव था, जी, इनवर्स एक कोरिलेशन पॉजिटिव कहते हो हैं। गया जी, एक नेगेटिव हो गया, हाँ, बच्चे और की एक याद आ गया पहले। जीरो। ठीक है, तीसरा इफ टू वेरिएबल आर इंडिपेंडेंट ऑफ ईच अदर, ਇੱਕ ਦਾ ਦੂਸਰੇ ਉੱਤੇ ਕੋਈ ਇਫੈਕਟ फर्क ही ਨਹੀਂ नहीं ਪੈ पै ਰਿਹਾ, रहा। ਇੱਕ ਦੇ ਵਧਣ ठीक ਦਾ है। ਦੂਜੇ ਤੇ ਕੋਈ ਇਫੈਕਟ ਨਹੀਂ ਪੈ ਰਿਹਾ, ਨਾ ਉਹ ਘਟਦਾ ਜਾਂ ਵੱਧਦਾ, ਜਾਂ ਇੱਕ ਦੇ ਘਟਣ ਦੇ ਨਾਲ ਦੂਸਰੇ ਤੇ ਕੋਈ ਇਫੈਕਟ ਨਹੀਂ ਪੈ ਰਿਹਾ। ਇਹ ਤਿੰਨ ਤਰ੍ਹਾਂ ਦੇ ਜਿਹੜੇ ਕੋਰਿਲੇਸ਼ਨ ਜਿਹੜੇ ਨੇ ਸਾਡੇ ਕੋਲ ਆਉਂਦੇ ਨੇ, ਪੋਜ਼ਿਟਿਵ, ਨੈਗੇਟਿਵ ਔਰ ਜ਼ੀਰੋ ਕੋਰਿਲੇਸ਼ਨ। ਠੀਕ ਹੈ ਜੀ। ਹੁਣ ਇਹਨਾਂ ਦੀ ਇੰਪੋਰਟੈਂਸ ਕੀ ਹੈਗੀ ਆ? ਕਿਉਂ ਆਪਾਂ ਇਹਨਾਂ ਨੂੰ ਪੜ੍ਹੀਏ, ਕਿਉਂ ਆਪਾਂ ਜਾਣੀਏ, ਕਿੱਥੇ ਇਕਨੋਮਿਕਸ ਵਿੱਚ ਕੰਮ ਆਉਂਦਾ ਹੈ ਜੀ? ਦੇਖੋ, ਬਹੁਤ ਇੰਪੋਰਟੈਂਟ ਹੈ। ਵੈਸੇ ਤਾਂ ਕਹਿੰਦੇ ਕਿਸੇ ਵੀ ਕੰਮ ਕਰਨ ਨੂੰ ਪਹਿਲੇ ਜੇ ਸਾਨੂੰ ਪਤਾ ਹੋਵੇ ਵੀ ਉਸ ਕੰਮ ਦੀ ਇੰਪੋਰਟੈਂਸ ਕਿਉਂ ਹੈ, ਹਾਂ, ਇਹ ਕਿੱਥੇ ਕੰਮ ਕੰਮ ਕਰ ਕਿਉਂ ਆਉਣਾ ਰਹੇ, ਹੈ, ਕਿਤੇ ਕੰਮ ਕਿੱਥੇ ਆਉਣੇ ਹੈ। ਕਾਰਨ ਕੀ ਹੈ ਨਾ। ਬਹੁਤ ਹਾਈ ਲੈਵਲ ਦੀ ਸਟੱਡੀਜ਼ ਦੇ ਉੱਤੇ ਅਸੀਂ ਇਹਨੂੰ ਦੇਖਦੇ ਹਾਂ, ਕਈ ਤਰ੍ਹਾਂ ਦੇ ਇਕਨੋਮਿਕ ਐਨਾਲਿਸਿਸ ਦੇ ਵਿੱਚ ਇਹਨੂੰ ਅਸੀਂ ਯੂਜ਼ ਕਰਦੇ ਹਾਂ। ਫॉर एग्जांपल, ਪਹਿਲੇ ਹੀ ਦੇਖੋ ਪੁਆਇੰਟ ਹੈ ਇੱਥੇ, ਕੋਰਿਲੇਸ਼ਨ ਕੋਐਫੀਸ਼ੀਐਂਟ ਗਿਵ ਅ one value which summarize the degree of correlation and direction of correlation between variable। ਕਿਸੇ ਦੋ ਚਰਾਂ ਦੇ ਵਿੱਚ ਆਪਸੀ ਸੰਬੰਧ ਨੂੰ, ਕਿ ਉਹਦਾ ਕੀ ਰਿਲੇਸ਼ਨ ਹੈ, ਕਿ ਕਿਸੇ ਇੱਕ ਚੀਜ਼ ਦੀ ਕੀਮਤ ਵੱਧਦੀ ਹੈ ਤੇ ਉਹਦੇ ਰਿਲੇਟਡ ਦੂਸਰੀ ਚੀਜ਼ ਦੇ ਉੱਤੇ ਕੀ ਅਸਰ ਪੈਂਦਾ ਹੈ। ਇਹ ਚੀਜ਼ ਜਿਹੜਾ ਜ਼ਿਕਰ ਸਾਨੂੰ ਇੱਥੋਂ ਪਤਾ ਲੱਗਦਾ। ਠੀਕ ਹੈ। ਇਟ ਸ਼ੋ ਦਾ ਅਮਾਉਂਟ ਆਫ ਰਿਲੇਸ਼ਨਸ਼ਿਪ, ਕੀ ਰਿਲੇਸ਼ਨਸ਼ਿਪ ਹੈ ਵੇਰੀਏਬਲ ਦੀ ਅਮਾਉਂਟਸ ਦੇ ਵਿੱਚ। ਤੀਸਰਾ ਗੱਲ ਕਰੀਏ, ਯੂਜ਼ ਟੂ ਮੇਕ ਪ੍ਰੈਡਿਕਸ਼ਨ ਅਬਾਊਟ ਦਾ ਵੇਰੀਏਬਲ ਅੰਡਰ ਸਟੱਡੀ, ਵੀ ਉਹਦੇ 'ਤੇ ਪ੍ਰੈਡਿਕਸ਼ਨ ਵੀ ਕਰ ਸਕਦੇ ਆ ਵੀ ਫਿਊਚਰ 'ਚ ਇਸ ਚੀਜ਼ ਦੀ ਕੀਮਤਾਂ ਵਧਣਗੀਆਂ ਤੇ ਉਹਦਾ ਅਸਰ ਦੂਸਰੀ ਚੀਜ਼ਾਂ ਤੇ ਕੀ ਪਏਗਾ। ਆਏਗਾ। ਬੇਸਿਸ ਆਫ ਦਾ ਅਦਰ ਸਟੈਟਿਕਲ ਟੈਕਨੀਕਸ ਜਿਹੜੇ ਨੇ ਸਟੈਟਿਕਸ ਦੇ ਵਿੱਚ ਯੂਜ਼ ਕਰਦੇ ਆ, ਜਿਵੇਂ ਰਿਗਰੈਸ਼ਨ ਐਨਾਲਿਸਿਸ ਹੈ, ਫੈਕਟਰ ਐਨਾਲਿਸਿਸ ਹੈ, ਹਾਈਪੋਥੀਸਿਸ ਟੈਸਟਿੰਗ ਹੈ, ਥਿਓਰੀਟੀਕਲ ਮਾਡਲ ਨੇ। ਹਾਇਰ ਲੈਵਲ ਦੇ ਉੱਤੇ ਜਦੋਂ ਅਸੀਂ ਮਾਸਟਰ ਡਿਗਰੀ ਦੇ ਵਿੱਚ ਜਾਂ ਹੋਰ ਲੈਵਲ ਤੇ ਕਰਦੇ ਆ ਤੇ ਇਹ ਚੀਜ਼ਾਂ ਆਉਂਦੀਆਂ ਨੇ ਸਾਡੇ ਕੋਲ।
ਔਰ ਇਹਦੇ ਵਿੱਚ ਹੈ ਜਿਹੜਾ ਕੋਰਿਲੇਸ਼ਨ ਹੈ ਉਹ ਬਹੁਤ ਇੰਪੋਰਟੈਂਟ ਰੋਲ ਜਿਹੜਾ ਉਹ ਅਦਾ ਕਰਦਾ। ਠੀਕ ਹੈ ਜੀ, ਇਹਦਾ ਮਤਲਬ ਕਿ ਕੋਰਿਲੇਸ਼ਨ ਦੀ ਇੰਪੋਰਟੈਂਸ ਵੀ ਸਾਨੂੰ ਤੁਸੀਂ ਸਮਝਾ ਦਿੱਤੀ ਹੈਗੀ ਆ। ਹੁਣ ਇਹ ਕੀ ਕਹਿਣਾ ਚਾਹੁੰਦੇ ਨੇ ਡਿਗਰੀ ਆਫ ਕੋਰਿਲੇਸ਼ਨ? ਡਿਗਰੀ ਆਫ ਕੋਰਿਲੇਸ਼ਨ ਦੇਖੋ, ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਤੇ ਇਹ ਹੈ ਕਿ ਡਿਗਰੀ ਜਿਹੜੀ ਹੈ ਉਹ -1 to +1 ਦੇ ਵਿੱਚ ਵੇਰੀ ਕਰਦੀ ਹੈ, ਨਾ -1 ਤੇ ਜ਼ਿਆਦਾ ਹੋਏਗੀ, ਯਾਨੀ ਰਿਗਰੈਸ਼ਨ ਕੋਐਫੀਸ਼ੀਐਂਟ ਗ੍ਰੇਟਰ ਦੈਨ ਇਕੁਅਲ ਟੂ -1 ਐਂਡ ਲੈਸ ਦੈਨ ਇਕੁਅਲ ਟੂ ਪਲੱਸ, ਨਹੀਂ ਇਹਨਾਂ ਦੇ ਵਿਚਕਾਰ ਰਹੇਗਾ, ਇਹਨਾਂ ਦੇ ਵਿਚਕਾਰ ਰਹੇਗਾ ਜੀ। ਠੀਕ ਹੈ ਜੀ। ਇਹਦੇ ਔਰ मतलब -1 ਤੋਂ ਵੱਡਾ ਰਹੇਗਾ ਤੇ +1 ਤੋਂ ਵੀ ਛੋਟਾ ਰਹੇਗਾ, ਯਾਨੀ 0 ਪੁਆਇੰਟ ਸਮਥਿੰਗ ਹੀ ਰਹਿਣਾ ਇਹਨੇ। हाँ जी, बिल्कुल बिल्कुल, ਉਸ ਤੋਂ ਛੋਟਾ -1 ਹੋ ਸਕਦਾ ਹੈ, +1 ਵੀ ਹੋ ਸਕਦਾ ਹੈ, ਔਰ ਇਨ ਬਿਟਵੀਨ ਹੋ ਸਕਦਾ, -2 ਨਹੀਂ ਹੋ ਸਕਦਾ, ਲਾਸਟ ਲਿਮਿਟ ਹੈ ਹੋਈ 1 +2 ਨਹੀਂ ਹੋ ਸਕਦਾ। ਠੀਕ ਹੈ ਜੀ। ਇਹਦੇ ਵਿੱਚ ਇਸ ਤਰੀਕੇ ਨੂੰ ਅਸੀਂ ਇੱਕ ਚਾਰਟ ਦੇ ਰੂਪ ਦੇ ਵਿੱਚ ਨਾ ਬੜੇ ਅੱਛੇ ਤਰੀਕੇ ਨਾਲ ਸਾਹਮਣੇ ਰੱਖਿਆ, ਬੱਚਾ ਈਜ਼ੀਲੀ ਸਮਝ ਜਾਏਗਾ। ਪੋਜ਼ਿਟਿਵ ਕੋਰਿਲੇਸ਼ਨ, ਨੈਗੇਟਿਵ ਕੋਰਿਲੇਸ਼ਨ ਤੇ ਡਿਗਰੀ। ਅੱਛਾ, ਜਿਹੜੇ ਤੁਸੀਂ ਸਮਝਾ ਰਹੇ ਸੀ ਉਹ ਇਹਨਾਂ ਦੇ ਕਾਰਨ ਹੀ ਬਣਦੇ। ਬਿਲਕੁਲ ਅਸੀਂ ਚਾਰਟ ਦੇ ਉੱਤੇ ਕਲੀਅਰ ਹੋ ਗਿਆ। ਜੇ ਤੇ ਕੋਰਿਲੇਸ਼ਨ ਦੇਖੋ ਪਲੱਸ ਹੈ, ਪੋਜ਼ਿਟਿਵ ਹੈ, ਮਾਈਨਸ ਹੈ ਤੇ -1 ਹੈ ਤੇ ਨੈਗੇਟਿਵ ਹੈ, ਇਹ ਅਗਰ ਪਰਫੈਕਟ ਜਿਹੜਾ ਕੋਰਿਲੇਸ਼ਨ ਹੈ, ਬਿਲਕੁਲ ਪਰਫੈਕਟ ਕੋਰਿਲੇਸ਼ਨ ਹੋ ਗਿਆ। ਦੂਸਰਾ ਆ ਗਿਆ ਜੇ ਬਿਟਵੀਨ 0.75 ਔਰ +1 ਦੇ ਵਿਚਕਾਰ ਰਹਿੰਦਾ। ਹਾਂ ਇਹਨਾਂ ਕਿਹਾ ਹੁਣੇ ਤੁਸੀਂ ਪੁਆਇੰਟ ਦੀ ਗੱਲ ਕੀਤੀ ਸੀਗੀ, ਤੇ ਇਹ ਔਰ ਦੂਸਰੇ ਪਾਸੇ ਨੈਗੇਟਿਵ ਦੇ ਵਿੱਚ -0.5 to -1 ਦੇ ਵਿਚਕਾਰ ਰਹਿੰਦਾ ਹੈ, ਤੇ ਇਹਨੂੰ ਕਹਿੰਦੇ ਹਾਈ ਡਿਗਰੀ ਆਫ ਕੋਰਿਲੇਸ਼ਨ ਉਹਨਾਂ ਦੇ ਵਿੱਚ ਹੈਗਾ। ਥਰਡ ਪੁਆਇੰਟ ਆ ਗਿਆ ਜੇ 0.25 ਔਰ 0.75 ਦੇ ਵਿੱਚ ਰਹਿੰਦਾ ਹੈ, ਔਰ ਉਧਰੋਂ -0.24 -0.75 ਦੇ ਵਿੱਚ ਰਹਿੰਦਾ ਹੈ, ਤੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਮੀਡੀਅਮ ਡਿਗਰੀ ਆਫ ਕੋਰਿਲੇਸ਼ਨ ਹੈ। ਉਹਨਾਂ 'ਚ ਆਪਸੀ ਸਹਿਸੰਬੰਧ ਮੱਧਮਿਕ ਜਿਹੜਾ ਹੈ, ਮੱਧਮ ਲੈਵਲ ਦਾ ਸੰਬੰਧ ਹੈ ਆਪਸ ਦੇ ਵਿੱਚ ਉਹਨਾਂ ਦੋਨਾਂ ਚਰਾਂ ਦੇ ਵਿੱਚ ਜਿਨ੍ਹਾਂ ਦੀ ਅਸੀਂ ਸਟੱਡੀ ਕਰ ਰਹੇ ਹਾਂ। ਇਹ ਕੋਰਿਲੇਸ਼ਨ ਘਟਦਾ ਜਾ ਰਿਹਾ ਨਾ, ਘਟਦਾ ਜਾ ਰਿਹਾ, ਠੀਕ ਹੈ। ਇਸੇ ਤਰੀਕੇ ਨਾਲ 0 to 0.5 ਦੀ ਗੱਲ ਕਰੀਏ, ਔਰ ਉਧਰੋਂ 0 to -0.25 ਦੀ ਗੱਲ ਕਰੀਏ, ਤੇ ਲੋ ਡਿਗਰੀ ਘੱਟ ਆਪਸ ਦੇ ਵਿੱਚ ਸੰਬੰਧ ਜਿਹੜਾ ਬਹੁਤ ਘੱਟ ਹੈ, ਲੋ ਡਿਗਰੀ ਆਫ ਕੋਰਿਲੇਸ਼ਨ ਉਹਦੇ ਵਿੱਚ ਹੁੰਦੀ ਹੈ। ਔਰ ਜੇ 0 ਹੈ ਤੇ ਉਹਦੇ ਕੋਰਿਲੇਸ਼ਨ ਨੋ ਕੋਰਿਲੇਸ਼ਨ ਦੀ ਮੈਨੂੰ ਉਹਨਾਂ ਇੱਕ ਚੀਜ਼ ਨਾਲ ਵਧਣ ਨਾਲ ਦੂਸਰੇ ਦਾ ਫਰਕ ਹੀ ਨਹੀਂ ਪੈ ਰਿਹਾ ਜੀ, ਫਰਕ ਨਹੀਂ ਪੈ ਰਿਹਾ। ਪੈਟਰੋਲ ਵਧਣ ਨਾਲ ਕਾਰਾਂ ਦੀ ਜਿਹੜੀ ਸੇਲ ਹੈ ਉਹ ਤੇ ਕੋਈ ਫਰਕ ਪੈ ਹੀ ਨਹੀਂ ਰਿਹਾ ਜੀ, ਠੀਕ ਹੈ। ਜਾਂ ਉਹ 0 ਹੋਗਾ ਪਰ ਨਾਰਮਲੀ ਪੈਂਦਾ ਹੈ ਨਾ, ਪੈਂਦਾ। ਲੇਕਿਨ ਇਸ ਕੇਸ ਦੇ ਕਈ ਐਸੇ ਕੇਸ ਹੁੰਦੇ ਜਦੋਂ ਇੱਕ ਚੀਜ਼ ਵਧਣ ਦੇ ਨਾਲ ਦੂਸਰੇ ਤੇ ਫਰਕ ਨਹੀਂ ਪੈਂਦਾ। ਠੀਕ ਹੈ ਜੀ। ਸਕੈਟਰ ਡਾਇਗਰਾਮ ਚਾਹੀਏ? ਹਾਂ ਬਿਲਕੁਲ ਬਿਲकुल ਜੀ। ਇਹਨੂੰ ਅਸੀਂ ਕਰਨ ਵਾਸਤੇ ਸਾਡੇ ਕੋਲ 3 ਮੇਨ ਤਰੀਕੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਸਾਡੇ ਕੋਲ ਮੇਨਲੀ ਜਿਹੜਾ ਅੱਜ ਸਾਡਾ ਟਾਰਗੇਟ ਹੈ ਉਹ ਅੱਗੇ ਜਿਹੜੇ ਨੂਮੈਰੀਕਲ ਸਾਡੇ ਕੋਲ ਆਣੇ ਨੇ ਕਾਰਲ ਪੀਅਰਸਨ ਮੈਥਡ ਜਾਂ ਦੂਸਰੇ ਨਾਲ, ਉਹ ਅਸੀਂ ਕਰਾਂਗੇ। ਸਕੈਟਰ ਡਾਇਗਰਾਮ ਵੀ ਇੱਕ ਈਜ਼ੀ ਮੈਥਡ ਹੈ ਜਿਹਦੇ ਨਾਲ ਕਿ ਅਸੀਂ ਦੋ ਚੀਜ਼ਾਂ ਦੇ ਉਹਨੂੰ ਗ੍ਰਾਫ ਡਰਾ ਕਰਕੇ ਉਹਨਾਂ ਦੇ ਜਿੱਥੇ ਅਸੀਂ ਡਾਟਸ ਡਰਾ ਕਰਦੇ ਹਾਂ, ਡਾਟ ਡਾਇਗਰਾਮ ਵੀ ਇਹਨੂੰ ਕਿਹਾ ਜਾਂਦਾ ਹੈ, ਡਾਟ ਗ੍ਰਾਫ ਵੀ ਕਿਹਾ ਜਾਂਦਾ ਹੈ, ਸਕੈਟਰਗ੍ਰਾਮ ਵੀ ਕਿਹਾ ਜਾਂਦਾ ਹੈ। ਉਸ ਤੋਂ ਅਸੀਂ ਇਹਨਾਂ ਦੇ ਕੋਰਿਲੇਸ਼ਨ ਜਿਹੜੇ ਉਹ ਲੱਭਦੇ ਹਾਂ। ਦੇਖੋ ਇਹ ਵੱਖ-ਵੱਖ ਫਿਗਰਸ ਨੇ ਔਰ ਇਹਨਾਂ 'ਤੇ ਦਿੱਤਾ ਹੈ ਕਿਤੇ ਹਾਈ ਕੋਰਿਲੇਸ਼ਨ ਹੈ, ਕਿਤੇ ਲੋ ਹੈ, ਕਿਤੇ ਪੋਜ਼ਿਟਿਵ ਹੈ, ਕਿਤੇ ਨੈਗੇਟਿਵ ਹੈ। ਇਸ ਦੀ ਡਿਕਰੇਸੀ ਕੀਤਾ ਜਾ ਸਕਦਾ ਹੈ। ਬੱਚੇ ਇਹਦੇ ਬਾਰੇ ਛੋਟਾ ਜਿਹਾ ਜਿਹੜੀ ਡੈਫੀਨੇਸ਼ਨ ਉਹ ਯਾਦ ਕਰ ਲੈਣ, ਇਸ ਵਿੱਚ ਉਹੀ ਸਾਨੂੰ ਐਗਜ਼ਾਮ ਦੇ ਵਿੱਚ ਆ ਠੀਕ ਆ। ਪਰ ਇਹ ਡਾਇਗਰਾਮ ਉਹ ਬਣਾ ਸਕਦੇ ਹੈਗੇ ਨੇ ਤੇ ਕਿਤੇ ਨਾ ਕਿਤੇ, ਤੇ ਇਸ ਤੋਂ ਬਾਅਦ ਆਪਾਂ ਇਹ ਬਹੁਤ ਡਿਫਿਕਲਟ ਜਿਹਾ ਕੋਈ ਮੈਨੂੰ ਲੱਗਦਾ ਫਾਰਮੂਲਾ ਹੈਗਾ ਜੇ ਕਾਰਲ ਪੀਅਰਸਨ ਕੋਐਫੀਸ਼ੀਐਂਟ ਆਫ ਕੋਰਿਲੇਸ਼ਨ। ਹਾਂ ਨਾ ਤੁਸੀਂ ਐਵੇਂ ਨਾ ਕਹੋ ਜੀ, ਕੋਈ ਡਿਫਿਕਲਟ ਨਹੀਂ ਹੈ, ਮੇਰੇ ਸਟੂਡੈਂਟ ਬਹੁਤ ਈਜ਼ੀਲੀ ਕਰ ਲੈਣਗੇ। ਨਹੀਂ ਹੁਣ ਤੁਸੀਂ ਜੇ ਸਮਝਾਓਗੇ ਨਾ ਮੈਨੂੰ ਲੱਗਦਾ ਫਿਰ ਇਹ ਆਸਾਨ ਹੋ ਜਾਏਗਾ। ਬਿਲਕੁਲ ਹੋਏਗਾ ਜੀ। ਦੇਖੋ ਕਿਤੇ ਨਾ ਕਈ ਵਾਰੀ ਅਸੀਂ ਕਿਸੇ ਚੀਜ਼ ਨੂੰ ਸੌਖੇ ਨੂੰ ਅਸੀਂ ਔਖਾ ਕਹਿ ਕੇ ਡਰ ਜੰਨੇ ਹਾਂ। ਹਾਂਜੀ, ਬੜਾ ਔਖਾ ਹੈ। ਹੁੰਦਾ ਵੀ ਜਿਹੜਾ ਸੌਖਾ ਹੈ ਉਹਨੂੰ ਔਖਾ ਵਰਡ ਸੁਣਦੇ ਬੱਚੇ ਦੇ ਸਾਈਕੋਲੋਜੀ ਆਉਂਦੀ, ਉਹ ਜੀ ਸਰ ਔਖਾ ਕਹਿ ਰਹੇ ਨੇ ਤਾਂ ਔਖਾ ਹੋਊਗਾ, ਫਿਰ ਤਾਂ ਔਖਾ ਹੀ ਹੋਊਗਾ। ਮੈਂ ਤੁਸੀਂ ਬਿਲੀਵ ਕਰੋਗੇ ਮੈਂ ਹਮੇਸ਼ਾ ਜਿਹੜਾ ਵੀ ਸਬਜੈਕਟ ਪੜਾਇਆ, ਭਾਵੇਂ ਮੈਥ ਪੜਾਇਆ, ਭਾਵੇਂ ਆਪਣੇ ਇਕਨੋਮਿਕਸ ਪੜਾਈਆਂ, ਹੋਰ ਸਬਜੈਕਟ ਪੜਾਏ ਨੇ, ਮੈਂ ਸਭ ਤੋਂ ਪਹਿਲੇ ਬੱਚੇ ਨੂੰ ਇਹੀ ਕਹਿਣਾ ਕਿ ਬੇਟਾ ਇਸ ਤੋਂ ਸੌਖਾ ਦੁਨੀਆ 'ਚ ਕੋਈ ਚੀਜ਼ ਨਹੀਂ ਹੈਗਾ। ਹੁਣ ਇਕਨੋਮਿਕਸ ਪੜਾਉਣਾ ਤੇ ਇਕਨੋਮਿਕਸ ਸਭ ਤੋਂ ਪਹਿਲੇ ਇਹੀ ਚੀਜ਼ ਕਹੀ ਦੀ, ਸ਼ਾਇਦ ਹੀ ਕੋਈ ਐਸਾ ਦੁਨੀਆ ਦਾ ਬੰਦਾ ਹੋਏਗਾ ਜਿਹੜਾ ਇਕਨੋਮਿਕਸ ਨਹੀਂ ਵਰਤਦਾ। ਬੱਚੇ ਬੜੇ ਹੈਰਾਨ ਹੋ ਜਾਂਦੇ ਨੇ, ਹਾਂਜੀ ਨਹੀਂ ਵਰਤਦਾ, ਨਹੀਂ ਵਰਤਦੇ ਜਾਂ ਉਹ ਕਹਿੰਦੇ ਉਹ ਕਿਵੇਂ ਵਰਤਦੇ ਆ ਸਰ। ਪਰ ਉਹਨਾਂ ਨੂੰ ਜਦੋਂ ਦੱਸੀਦਾ ਹੈ ਕਿ ਜਾਣੇ ਅਣਜਾਣੇ ਉਹਨਾਂ ਨੂੰ ਪਤਾ ਹੈ ਨਹੀਂ ਇਕਨੋਮਿਕਸ ਦਾ, ਲੇਕਿਨ ਫਿਰ ਵੀ ਇਕਨੋਮਿਕਸ ਵਰਤਦੇ ਨੇ। ਤੁਹਾਡੇ ਮਾਤਾ ਪਿਤਾ ਕਮਾਈ ਕਰਦੇ ਨੇ, ਖਰਚ ਕਰਦੇ ਨੇ, ਸੇਵਿੰਗ ਕਰਦੇ ਨੇ, ਇਨਵੈਸਟਮੈਂਟ ਕਰਦੇ ਨੇ, ਫਿਰ ਉਸ ਤੋਂ ਬਾਅਦ ਤੁਹਾਡੇ ਲਈ ਹੋਰ ਚੀਜ਼ਾਂ ਦਾ ਇੰਤਜ਼ਾਮ ਕਰਦੇ ਨੇ। ਕਿਸ ਤਰੀਕੇ ਨਾਲ ਤੁਸੀਂ ਆਪਣੇ ਤੁਹਾਡੇ ਕੋਲ ਪੈਸੇ ਹੁੰਦੇ ਨੇ ਉਹਨਾਂ ਨੂੰ ਖਰਚਣ ਬਾਰੇ ਆਪਣੀ ਪਲੈਨਿੰਗ ਕਰਦੇ ਹੋ, ਇਹ ਸਾਰੀ ਇਕਨੋਮਿਕਸ ਹੈ ਜੀ। ਤਾਂ ਉਸੇ ਤਰੀਕੇ ਨਾਲ ਕਾਰਲ ਪੀਅਰਸਨ ਮੈਥਡ ਦਾ ਜਿਹੜਾ ਸਭ ਤੋਂ ਸੌਖਾ ਪਹਿਲਾ ਵਾਲਾ ਮੈਥਡ ਜਿਹੜਾ ਹੈ ਅਸੀਂ ਇਹ ਯੂਜ਼ ਕਰਾਂਗੇ। ਇਹ ਜਿਹੜਾ ਨਿਸ਼ਾਨ ਤੁਹਾਨੂੰ ਨਜ਼ਰ ਆ ਰਿਹਾ R = ਸਿਗਮਾ, ਇਹ ਜਿਹੜਾ E ਦਾ ਨਿਸ਼ਾਨ ਹੈ ਇਹ ਸਿਗਮਾ ਹੈ। ਇਹ ਰੋਮਨ ਲੈਂਗੁਏਜ ਦਾ ਵਰਡ ਸਿਗਮਾ ਮੈਨੇ ਸਮੇਸ਼ਨ, ਸਮੇਸ਼ਨ ਮੈਨੇ ਸਮ ਆਫ x y। ਬੜਾ ਸਿੰਪਲ ਗੱਲ ਯਾਦ ਹੋਊਗੀ, ਸਮੇਸ਼ਨ ਆਫ x y ਓਵਰ
यानी बटा हो गया, डिवाइडेड बाय अंडर रूट। स्क्वायर रूट या अंडर रूट समेशन ऑफ x स्क्वायर इनटू ਅੱਛਾ समेशन ऑफ ਸਮੇਸ਼ਨ y y स्क्वायर। ਮੈਂ ਤਿੰਨ ਵੈਲਿਊ ਆਪਾਂ ਕੱਢ ਲਈਏ, ਤਿੰਨ ਵੈਲਿਊ ਸਾਡੇ ਕੱਢ ਕੋਲ ਲਈਏ x ਦੀ ਪਤਾ ਹੋਵੇ y ਦੀ ਹੋਵੇ, ਪਹਿਲਾਂ x y ਨੂੰ ਮਲਟੀਪਲਾਈ ਕਰਕੇ ਉਹਦੀ ਸਮੇਸ਼ਨ ਕੱਢ ਲਈਏ, ਔਰ ਇੱਕ x x स्क्वायर ਦੀ ਸਕੁਅਰ ਦੀ ਕੱਢ ਲਈ ਤੇ y ਸਕੁਅਰ ਦੀ ਕੱਢ ਲਈ ਤੇ ਬਿਲਕੁਲ। ਆਨਸਰ ਰੈਡੀ ਸਾਡਾ। और थल्ले देखो x की है साडा x माइनस x बार और y माइनस y बार। ਠੀਕ ਹੈ। ਅਸੀਂ ਇਸ ਮੈਥਡ ਦੇ ਨਾਲ ਹੀ ਅੱਗੇ ਜਿਹੜਾ ਦੂਸਰਾ ਮੈਥਡ ਵੀ ਹੈ, ਲੇਕਿਨ ਅੱਜ ਅਸੀਂ ਇਹੀ ਮੈਥਡ ਦੇ ਨਾਲ ਸਿੰਪਲ ਇਹ ਮੈਥਡ ਚੋਂ ਕਿੰਨੇ ਨੰਬਰ ਦਾ ਕੁਐਸਚਨ ਆ ਜਾਂਦਾ ਜੀ? 4 ਮਾਰਕਸ ਦਾ ਕੁਐਸਚਨ ਸਾਰੇ ਤੇ ਇੱਕ ਵਾਰ ਜੇ ਆਪਾਂ ਕਰ ਲਿਆ ਤੇ 4 ਨੰਬਰ ਤੇ ਪੱਕੇ ਹੋ ਗਏ ਜੀ ਪੱਕੇ ਜੀ ਸਾਡੇ, ਪੱਕੇ ਬਿਲकुल। ਕਿਉਂਕਿ ਆ ਸਾਡਾ ਵੇਖੋ ਮਕਸਦ ਹੈਗਾ ਹੈ ਕਿ 100% ਜਿਹੜਾ ਆਪਾਂ ਰਿਜ਼ਲਟ ਲਿਆਉਣਾ ਆ ਉਹਦੇ 'ਚ ਕਿਤੇ ਨਾ ਕਿਤੇ ਤੁਹਾਡਾ ਇਹ ਯੋਗਦਾਨ ਰਹੇਗਾ ਨਾ, ਫਿਰ ਇਹ ਗੱਲ ਬਣੇਗੀ ਕਿ ਕਿਤੇ ਨਾ ਕਿਤੇ ਮਤਲਬ ਅਸੀਂ ਚਾਹੁੰਦੇ ਹੈਗੇ ਆ ਕਿ ਜਿਹੜੇ ਬੱਚੇ ਹੈਗੇ ਆ ਨਾ ਉਹ ਮਿਸ਼ਨ 100% ਜਿਹੜਾ ਸਰਕਾਰ ਨੇ ਮੋਟਿਵ ਦਿੱਤਾ ਸਾਨੂੰ, ਮੰਤਵ ਦਿੱਤਾ ਹੈਗਾ ਆ, ਉਸ ਨੂੰ ਅਸੀਂ ਪੂਰਾ ਕਰਨਾ ਹੈਗਾ ਆ। ਤੇ ਜੇ 4 ਨੰਬਰ ਦਾ ਇਹ ਕੁਐਸਚਨ ਮੈਨੂੰ ਲੱਗਦਾ ਅਸੀਂ ਕਰ ਗਏ ਤੇ ਸਾਰਾ ਪੂਰਾ ਆਨਸਰ ਸਾਡੇ ਆ ਗਏ ਤੇ ਫਿਰ ਆਪਾਂ ਕਰ ਲਵਾਂਗੇ। ਬਹੁਤ ਸਿੰਪਲ ਕੁਐਸਚਨ ਹੈ। ਮੈਨੂੰ ਲੱਗਦਾ ਹੈ ਕਿ ਜੇ ਬੱਚੇ ਧਿਆਨ ਨਾਲ ਅੱਜ ਦਾ ਜਿਹੜਾ ਸਾਡਾ ਹੈ ਟੌਪਿਕ ਨੂੰ ਵੀਡੀਓ ਨੂੰ ਦੇਖਣਗੇ ਔਰ 100% ਬੱਚੇ ਇਹ ਸਮ ਕਰਨ 'ਚ ਕਾਮਯਾਬ ਹੋ ਜਾਣਗੇ, ਸਕਸੈਸਫੁਲ ਹੋ ਜਾਣਗੇ। ਦੇਖੋ ਸਿੰਪਲ ਹੁਣ ਕੁਐਸਚਨ ਦੇਖਦੇ ਹਾਂ, ਇੱਕ ਐਗਜ਼ਾਮਪਲ ਮੈਂ ਸਾਹਮਣੇ ਲਈ ਹੈ। ਸਾਡੇ ਕੋਲ ਦੋ ਵੇਰੀਏਬਲ ਨੇ, ਇੱਕ ਕੀਮਤ ਹੈ, ਇੱਕ ਜਿਹੜੀ ਉਹਦੀ ਪੂਰਤੀ ਹੈ। 1 ਰੁਪਏ ਕੀਮਤ 2 ਦੀ ਪੂਰਤੀ ਹੈ, 2 ਤੇ 4 ਦੀ, 3 ਤੇ 6 ਦੀ, 4 ਤੇ 8 ਦੀ, 5 ਤੇ 10 ਦੀ। ਮਤਲਬ x ਤੇ y ਹਨਾ, ਦੋ ਚੀਜ਼ਾਂ ਸਾਡੇ ਕੋਲ ਆ ਗਈਆਂ, 2 4 ਆ ਗਏ ਸਾਡੇ ਕੋਲ। ਠੀਕ ਹੈ ਜੀ, ਆ ਗਿਆ। ਸਭ ਤੋਂ ਪਹਿਲੇ x ਦੀ ਕੀਮਤ ਲਿਖੀ, ਹਾਂਜੀ x ਦਾ ਟੋਟਲ ਆ ਗਿਆ ਸਾਡੇ ਕੋਲ 15 ਔਰ 5 ਨੇ। ਅਸੀਂ x ਬਾਰ ਕਿੱਦਾਂ ਕੱਢਦੇ ਹਾਂ ਛੋਟੀ ਕਲਾਸਾਂ 'ਚ? ਔਸਤ ਕੱਢਣ ਦਾ ਫਾਰਮੂਲਾ ਸਾਨੂੰ ਆਉਂਦਾ ਸੀਗਾ, ਔਸਤ ਕੱਢਣ ਦਾ ਸਾਡਾ ਫਾਰਮੂਲਾ ਸੀਗਾ ਸਿਗਮਾ x ਓਵਰ n, ਯਾਨੀ ਸਾਰੇ ਚਰਾਂ ਦਾ ਜੋੜ ਡਿਵਾਈਡਡ ਬਾਈ ਨੰਬਰ ਆਫ ਟਰਮਸ n। 15/5 ਆ ਗਿਆ 3। ਐਸੇ ਤਰੀਕੇ ਨਾਲ ਅਸੀਂ y ਬਾਰ ਕੱਢਿਆ। y ਸਾਡੇ ਕੋਲ ਸੀ 2 4 6 8 10, ਇਹਨਾਂ ਨੂੰ ਟੋਟਲ ਕੀਤਾ ਅਸੀਂ, ਇਹ ਸਾਡਾ ਟੋਟਲ ਆ ਗਿਆ 30 ਡਿਵਾਈਡਡ ਬਾਈ 5 ਰਕਮਾਂ ਸਨ ਤੇ ਡਿਵਾਈਡਡ ਬਾਈ 5 ਕੀਤਾ 6, ਯਾਨੀ x ਬਾਰ ਅਸੀਂ ਕੱਢ ਲਈ, ਉਹ ਸਾਡੇ ਕੋਲ ਆ ਗਿਆ 5 ਸੌਰੀ ਆ ਗਿਆ ਸਾਡੇ ਕੋਲ 3 ਔਰ y ਬਾਰ ਸਾਡੇ ਕੋਲ ਆ ਗਿਆ 6। ਇੱਥੇ ਤਾਂ ਕੋਈ ਮੁਸ਼ਕਲ ਨਹੀਂ ਹੈ ਜੀ, ਸਿੰਪਲ ਬੱਚਾ ਕੱਢ ਲੇਗਾ, ਕਿਉਂਕਿ 10th ਦੇ ਵਿੱਚ ਵੀ ਉਹਨੇ ਐਵਰੇਜ ਦੇ ਸਵਾਲ ਕੀਤੇ ਨੇ, ਇਵਨ 8th ਦੇ ਵਿੱਚ ਉਹਨੇ ਔਸਤ ਦੇ ਐਵਰੇਜ ਦੇ ਸਵਾਲ, ਮੀਨ ਦੇ ਸਵਾਲ ਕੀਤੇ ਨੇ। ਮੀਨ ਈਜ਼ੀਲੀ ਜੋੜਨਾ ਹੈ, ਜਿੰਨੀਆਂ ਟਰਮਸ ਨੇ ਉਹਦੇ ਨਾਲ ਉਹਨੂੰ ਭਾਗ ਕਰ ਲੈਣਾ ਹੈ। ਇਹ ਸਾਡੇ ਕੋਲ 3 ਔਰ 6 x ਬਾਰ ਆ ਗਿਆ। ਅਗਲਾ ਸਟੈਪ ਸਾਡੇ ਕੋਲ ਸੀ x ਕੱਢਣਾ, ਉਹ ਕੀ ਸੀ? x ਮਾਈਨਸ x ਬਾਰ ਔਰ y ਸੀਗਾ y ਮਾਈਨਸ y ਬਾਰ। ਉਹ ਵੀ ਇੱਕ ਲਾਈਨ ਪੂਰੀ ਆ ਜਾਏਗੀ, ਉਹ ਬਿਲਕੁਲ ਇੱਕ ਲਾਈਨ ਦੇਖੋ, ਇਹ ਤਾਂ ਜਿਹੜਾ ਸਾਰਨੀ ਹੈ ਦੂਸਰਾ ਕਾਲਮ ਸਾਡੇ ਕੋਲ ਆ ਗਿਆ x ਮਾਈਨਸ x ਬਾਰ। x ਹੈ ਸਾਡੇ ਕੋਲ 1 ਔਰ x ਬਾਰ ਕੱਢਿਆ ਸੀ ਅਸੀਂ 3, ਯਾਨੀ 1 ਮਾਈਨਸ 3 ਬਰਾਬਰ ਆ ਗਿਆ -2। ਠੀਕ ਹੈ ਜੀ, ਦੂਸਰੀ ਲਾਈਨ 'ਚ ਅਸੀਂ ਦੇਖ ਰਹੇ ਹਾਂ ਦੂਸਰੇ ਕਾਲਮ ਦੇ ਵਿੱਚ। ਦੂਸਰਾ ਆ ਗਿਆ 2 ਮਾਈਨਸ 3, ਯਾਨੀ ਆ ਗਿਆ -1, 3 ਮਾਈਨਸ 3 ਆ ਗਿਆ 0, 4 ਮਾਈਨਸ 3 ਆ ਗਿਆ 1 ਔਰ 5 ਮਾਈਨਸ 3 ਆ ਗਿਆ 2। ਸਿਮਿਲਰਲੀ ਅਸੀਂ y ਦੇ ਕਾਲਮ 'ਚ ਜਾਂਦੇ ਹਾਂ। ਦੇਖੋ y 2 4 6 8 10 ਹੈ, y ਮਾਈਨਸ y ਬਾਰ ਆਣਾ, y ਬਾਰ ਅਸੀਂ ਹੁਣ ਪਹਿਲੇ ਕੱਢਿਆ ਸੀਗਾ 6 ਕੱਢਿਆ ਸੀਗਾ, ਯਾਨੀ 2 ਮਾਈਨਸ 6, ਮਾਈਨਸ ਦਾ ਸਾਈਨ ਵੱਡਾ ਹੈ, 2 ਮਾਈਨਸ 6 ਯਾਨੀ -4 ਬਚਿਆ, 4 ਮਾਈਨਸ 6 -2 ਬਚਿਆ, 6 ਮਾਈਨਸ 6 0, 8 ਮਾਈਨਸ 6 2, 10 ਮਾਈਨਸ 6 ਸਾਡੇ ਕੋਲ 4 ਆ ਗਿਆ। ਹੁਣ x ਵੀ ਆ ਗਿਆ, y ਵੀ ਆ ਗਿਆ। ਹੁਣ ਚਾਹੀਦਾ ਕੀ ਸੀ ਸਾਨੂੰ? ਜੇ ਅਸੀਂ ਫਾਰਮੂਲੇ ਵੱਲ ਦੁਬਾਰਾ ਨਜ਼ਰ ਦੁਹਰਾਈਏ ਤੇ ਸਾਨੂੰ ਚਾਹੀਦਾ ਸੀ ਸਿਗਮਾ xy ਓਵਰ ਸਕੁਅਰ ਰੂਟ ਸਿਗਮਾ x ਸਕੁਅਰ ਇਨਟੂ ਸਿਗਮਾ y ਸਕੁਅਰ। ਇਹ ਚੀਜ਼ ਚਾਹੀਦੀ ਹੈ ਜੀ। ਹੁਣ x ਦਾ ਅਸੀਂ ਸਕੁਅਰ ਕਰ ਲਿਆ, ਜੋ ਅਸੀਂ x ਕੱਢਿਆ ਸੀ ਉਹਦਾ ਸਕੁਅਰ ਕਰ ਲਿਆ, -2 ਦਾ ਸਕੁਅਰ 4 ਮਾਈਨਸ ਜਿਹੜਾ 1 ਦਾ ਸਕੁਅਰ 1, 0 ਦਾ ਸਕੁਅਰ 0, 1 ਦਾ ਸਕੁਅਰ 1, 2 ਦਾ ਸਕੁਅਰ 4 ਕੱਢ ਲਿਆ। ਇਹਦਾ ਟੋਟਲ ਸਿਗਮਾ x ਸਕੁਅਰ ਕੱਢੀਏ, ਠੀਕ ਹੈ ਜੀ, ਇਹ ਸਾਡੇ ਕੋਲ ਆ ਗਿਆ 10 ਆ ਗਿਆ। ਅੱਛਾ 10 ਆ ਗਿਆ। ਦੂਸਰੇ ਪਾਸੇ y ਹੈ, y ਸਕੁਅਰ ਕੱਢ ਲਿਆ, ਹਾਂ ਉਹ 40, ਉਹ y ਸਕੁਅਰ ਸਾਡੇ ਕੋਲ 40 ਆ ਗਿਆ। ਦੇਖੋ -4 ਦਾ ਸਕੁਅਰ 16, -4 ਦਾ ਸਕੁਅਰ ਦਾ ਮਤਲਬ ਹੈ ਕਿ -4 ਨੂੰ -4 ਨਾਲ ਗੁਣਾ ਕੀਤਾ, ਮਾਈਨਸ ਮਾਈਨਸ ਪਲੱਸ ਹੋ ਗਿਆ, 4 ਚੁੱਕੀ 16 ਆ ਗਿਆ। ਦੂਸਰਾ -2 ਦਾ ਸਕੁਅਰ 4 ਆ ਗਿਆ, 0 ਦਾ ਸਕੁਅਰ 0 ਹੈ, 2 ਦਾ ਸਕੁਅਰ 4 16, ਇਹਨਾਂ ਨੂੰ ਐਡ ਕੀਤਾ, ਇਹ ਆ ਗਿਆ 40। ਔਰ ਇੱਕ ਚੀਜ਼ ਸਾਨੂੰ ਚਾਹੀਦੀ ਸੀ ਸਿਗਮਾ xy, ਉਹ ਮੈਂ ਕਹਿ ਰਿਹਾ ਸੀ x ਔਰ y ਨੂੰ ਅਸੀਂ ਮਲਟੀਪਲਾਈ ਅਸੀਂ ਕਰਨਾ, ਜਿਹਦਾ ਤੁਸੀਂ ਜ਼ਿਕਰ ਕੀਤਾ 20। ਉਹ xy ਨੂੰ ਕੀ ਕੀਤਾ? x ਸਾਡੇ ਕੋਲ ਹੈਗਾ -2, y ਸਾਡੇ ਕੋਲ ਹੈਗਾ -4, ਠੀਕ ਹੈ ਜੀ, ਮਾਈਨਸ ਮਾਈਨਸ ਪਲੱਸ ਹੋ ਗਏ, 4 ਦੂਣੀ 8 ਆ ਗਿਆ। ਇਸ ਤਰੀਕੇ ਦੇ ਨਾਲ -1 ਔਰ -2 ਨੂੰ ਗੁਣਾ ਕੀਤਾ 2 ਆ ਗਿਆ, 0 ਨੂੰ 0 ਨਾਲ ਕੀਤਾ 0 ਹੋ ਗਿਆ, 2 ਔਰ 6 8 ਸਾਡੇ ਕੋਲ ਆ ਗਏ ਤੇ ਉਹ ਟੋਟਲ ਇਹਨਾਂ ਦਾ ਸਾਡੇ ਕੋਲ ਆ ਗਿਆ 20।
ਹੁਣ ਟਰਮਸ ਅਸੀਂ ਕੱਢ ਲਈਆਂ ਠੀਕ ਹੈ ਠੀਕ ਹੈ ਸਿੰਪਲ। ਹੁਣ ਸਭ ਤੋਂ ਸਿੰਪਲ ਹੈ ਕਿ ਅਸੀਂ ਇਸ ਟਰਮ ਨੂੰ ਉਸ ਫਾਰਮੂਲੇ ਵਿੱਚ ਰੱਖ ਦੇਣਾ। ਹਾਂ ਬਸ ਰੱਖਣਾ ਆਰ ਕੀ ਹੈ ਸਿਗਮਾ ਐਕਸ ਵਾਈ ਸਾਡੇ ਕੋਲ ਆਇਆ ਹੈ 20 ਉਹ ਰੱਖ ਓਵਰ ਸਕੁਅਰ ਰੂਟ ਸਿਗਮਾ ਐਕਸ ਸਕੁਅਰ ਅਸੀਂ ਉਹਨੇ ਕੱਢਿਆ ਕੀ ਆ ਗਿਆ 10 10 ਠੀਕ ਹੈ ਜੀ। ਸਿਗਮਾ ਵਾਈ ਸਕੁਅਰ ਕਿੰਨਾ ਆ ਗਿਆ ਸਰ 40 40 ਯਾਨੀ 20 ਓਵਰ ਅੰਡਰ ਰੂਟ 400 400 ਦਾ ਦਾ ਕਿੰਨਾ ਹੁੰਦਾ 220 ਹੋ ਗਿਆ 20 ਜੀ ਇਹਨੂੰ ਕਟਿੰਗ ਕੀਤੀ ਕੀ ਆ ਗਿਆ ਠੀਕ 1। ਹੈ ਜੀ ਹੁਣ ਦੇਖੋ ਪੋਜ਼ਿਟਿਵ ਕੋਰਿਲੇਸ਼ਨ ਆ ਗਿਆ ਪੋਜ਼ਿਟਿਵ 1 ਆ ਗਿਆ ਕਿਉਂਕਿ 1 ਆਇਆ ਪੂਰਾ ਪੋਜ਼ਿਟਿਵ ਆ ਗਿਆ। ਇਸ ਤੋਂ ਜੀ, ਵੱਡਾ ਜੀ, ਤੇ ਆਣਾ ਹੀ ਜੀ। ਨਹੀਂ ਹੈ ਇਹ ਤੋਂ ਕਿਉਂਕਿ ਜ਼ਿਆਦਾ -1 ਔਰ possible 1 ਦੇ ਵਿੱਚ ਹੈ। ਠੀਕ ਇਟ ਹੈ, ਮੀਨਸ ਉਹਨਾਂ ਠੀਕ। ਤੇ ਪੋਜ਼ਿਟਿਵ ਕੋਰਿਲੇਸ਼ਨ ਹੈ ਇੱਕ ਦੀ ਕੀਮਤ ਵਧਣ ਦੇ ਨਾਲ ਦੂਜੇ ਦੀ ਡਿਮਾਂਡ ਜਿਹੜੀ ਹੈ ਪਰ ਇਹ ਗੱਲ ਮੈਂ ਚ ਵੀ ਫਿਰ ਲਗਾਉਣਾ ਹੁੰਦਾ ਕਿ ਵੀ ਜਿਹੜਾ ਆਨਸਰ ਆਏਗਾ ਲੈ ਦੇ ਕੇ ਉਹ -1 ਤੋਂ 1 ਤੱਕ ਹੀ ਆਏਗਾ ਨਾ। ਬਿਲਕੁਲ, ਅਗਰ ਬਿਲਕੁਲ। ਕਿਸੇ ਦਾ ਬਿਲਕੁਲ ਹੀ ਕੁਝ ਹੋਰ ਆਨਸਰ ਆ ਜਾਂਦਾ ਆ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਭਈ ਇਹ ਤੇ ਕੀ ਨਾ 226 ਆਈ ਜਾ ਰਿਹਾ ਤੇ ਫਿਰ ਤੇ ਕਲੀਅਰ ਹੋ ਗਿਆ ਨਾ ਵੀ ਇਹਨਾਂ ਤੇ ਆ ਹੀ ਨਹੀਂ ਸਕਦਾ ਹੈਗਾ। ਤੇ ਬਿਲਕੁਲ। ਇਹ ਪਰਫੈਕਟਲੀ ਪੋਜ਼ਿਟਿਵ ਹੈਗਾ ਆ ਕਿਉਂਕਿ ਇਹਦਾ ਆਨਸਰ ਆਇਆ 1 ਠੀਕ ਹੈ ਨਾ। ਤੇ ਇਹ ਵੀ ਸ਼ੋਰ ਹੋ ਗਿਆ ਜਦੋਂ ਅਸੀਂ ਬੈਲੈਂਸ ਸ਼ੀਟ ਪੜਾਉਣੇ ਨਾ ਬੱਚਿਆਂ ਨੂੰ ਤੇ ਯਾਰ ਕਿ ਇਹ ਤੇ ਕੁਐਸਚਨ ਨੇ ਤੁਹਾਨੂੰ ਦੱਸ ਦੇਣਾ ਜੇ ਤੁਸੀਂ ਆਨਸਰ ਕੱਢਿਆ ਕਿ ਜੇ ਦੋਵੇਂ ਬਰਾਬਰ ਹੋ ਗਈਆਂ ਤੇ ਫਿਰ ਸਹੀ ਹੈਗਾ ਆ। ਉਹੀ ਤੁਹਾਡੇ ਇਹਦੇ ਵਿੱਚ ਮੈਨੂੰ ਸਾਫ਼-ਸਾਫ਼ ਨਜ਼ਰ ਆ ਗਿਆ ਕਿ ਆਨਸਰ ਅਗਰ -1 ਤੋਂ ਲੈ ਕੇ 1 ਤੱਕ ਆ ਰਿਹਾ ਫਿਰ ਤਾਂ ਸਹੀ ਹੈਗਾ। ਅਗਰ ਕੋਈ ਹੋਰ ਹੀ ਵੈਲਿਊ ਆ ਜਾਂਦੀ ਹੈਗੀ ਆ ਤਾਂ ਫਿਰ ਉਹ ਗਲਤ ਹੈਗਾ। ਬੱਚਾ ਦੁਬਾਰਾ ਤੋਂ ਚੈੱਕ ਕਰ ਲਵੇ। ਤੇ ਸਵਾਲ ਜਿੱਡਾ ਵੱਡਾ ਜਾਂ ਔਖਾ ਲੱਗਦਾ ਸੀ ਜਦੋਂ ਤੁਸੀਂ ਕੱਢ ਕੇ ਦਿਖਾਇਆ ਮੈਨੂੰ ਲੱਗਦਾ ਇਹ ਸਭ ਤੋਂ ਸੌਖਿਆਂ ਵਿੱਚ ਹੋ ਗਿਆ ਹੈਗਾ ਆ ਤੇ ਕਿਤੇ ਨਾ ਕਿਤੇ ਹੁਣ ਅਸੀਂ ਇਹਨੂੰ ਕਰ ਲਿਆ ਕਰਾਂਗੇ। ਬਿਲਕੁਲ ਬਿਲਕੁਲ ਜੀ। ਇਹ ਵੀ ਐਗਜ਼ਾਮਪਲ ਇਹਨਾਂ ਨੇ ਇਸ ਤਰ੍ਹਾਂ ਦਿੱਤਾ ਹੈ। ਇੱਕ ਐਗਜ਼ਾਮਪਲ ਹੋਰ ਹੈ ਜੀ ਬੜੀ ਸਿੰਪਲ ਵੇ ਦੇ ਨਾਲ ਦੇਖੋ x ਦੀ ਕੀਮਤ ਹੈ 15 18 21 24 27 ਠੀਕ ਹੈ ਠੀਕ ਜੀ, ਆ। ਕੋਈ ਮੁਸ਼ਕਿਲ ਨਹੀਂ ਹੈ। ਨਹੀਂ ਨਹੀਂ ਇਹਦਾ ਜੋੜ ਆ ਗਿਆ ਸਾਡੇ ਕੋਲ 105 x ਬਾਰ ਕੱਢਣੀ ਹੈ ਕਿੰਨੇ ਟਰਮ ਨੇ 1 2 3 4 5 105 ਬਟਾ 5 ਯਾਨੀ ਆ ਗਿਆ 21 ਇਹ ਸਾਡੇ ਕੋਲ ਆ ਗਿਆ x ਬਾਰ ਕਲੀਅਰ ਹੋ ਗਿਆ ਜੀ। ਠੀਕ ਹੈ ਜੀ। ਐਸੀ ਤਰੀਕੇ y ਦੀ ਟਰਮ ਹੈ ਸਾਡੇ ਕੋਲ 25 25 27 31 32 ਇਹਨਾਂ ਨੂੰ ਟੋਟਲ ਕੀਤਾ 140 ਨੂੰ 5 ਨਾਲ ਡਿਵਾਈਡ ਕੀਤਾ ਉਹ ਆ ਬਸ ਗਿਆ ਚਲੋ ਇਹ ਸਾਰੀ ਵੈਲਿਊ ਨਿਕਲ ਗਈ ਮੈਂ ਕਲੀਅਰ ਹੋ ਗਿਆ। ਵੈਲਿਊ ਆ ਗਈ ਠੀਕ ਹੈ। ਫਿਰ ਉਹ ਪਿੱਛੇ ਤੇ x ਕੱਢਿਆ x ਫਾਰਮੂਲਾ x ਬਾਰ ਜੀ। और y ਕੱਢਿਆ y y ਬਾਰ। ਹੁਣ ਦੇਖੋ ਜੀ ਸਮੇਸ਼ਨ ਆਫ x y ਮੈਨੂੰ ਨਜ਼ਰ ਆ ਰਿਹਾ 60 ਆ ਹਾਂ ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਸਮੇਸ਼ਨ ਆਫ x ਸਕੁਅਰ ਜਿਹੜਾ ਹੈਗਾ ਆ ਉਹ 90 ਆ ਔਰ ਤੇ ਜਿਹੜਾ ਸਮੇਸ਼ਨ ਆਫ y ਸਕੁਅਰ ਹੈ ਉਹ 44 ਹੈ। 44 ਹੁਣ ਮੈਂ 90 ਨੂੰ 44 ਨਾਲ ਸਿਰਫ ਇੱਕ ਮਲਟੀਪਲਾਈ ਕਰਨਾ ਹੈਗਾ ਉੱਪਰ ਤੇ ਮੇਰਾ 60 ਆ ਗਿਆ ਹੈਗਾ ਬਿਲਕੁਲ। ਜਿਹੜਾ 3960 ਆ ਗਿਆ ਇਹਦਾ ਮੈਂ ਅੰਡਰ ਰੂਟ ਕੱਢਣਾ ਹੈਗਾ ਜੀ। square root ਕੱਢ ਠੀਕ ਹੈ ਨਾ ਸਕੁਅਰ ਰੂਟ ਜਦੋਂ ਮੈਂ ਕੱਢ ਲਿਆ ਤੇ ਫਿਰ ਕੀ ਨਾ ਮੈਂ 60 ਨੂੰ ਉਹਨੂੰ ਡਿਵਾਈਡ ਕਰ ਦੇਣਾ। ਉਹ 60 ਨੂੰ ਜਦੋਂ ਮੈਂ 62.928 ਨਾਲ ਡਿਵਾਈਡ ਕੀਤਾ ਤੇ ਮੇਰੇ ਕੋਲ ਆਨਸਰ ਆ ਗਿਆ 0.95। ਬੱਚੇ ਕੈਲਕੂਲੇਟਰ ਖੜ ਸਕਦੇ ਭਲਾ? ਹਾਂਜੀ ਬਿਲਕੁਲ ਜੀ ਬਿਲਕੁਲ। ਇਕਨੋਮਿਕਸ ਦੇ ਪੇਪਰ 'ਚ ਕੈਲਕੂਲੇਟਰ ਸਿੰਪਲ ਹੁੰਦਾ ਹੈ ਜੀ ਬਿਲਕੁਲ ਸਿੰਪਲ ਕੈਲਕੂਲੇਟਰ ਅਲਾਉਡ ਹੈ ਉਹਦੇ ਵਿੱਚ ਆਪਣੀ ਕੈਲਕੂਲੇਸ਼ਨ ਯਾਨੀ ਫਿਰ ਜਦੋਂ ਆ ਕੈਲਕੂਲੇਸ਼ਨ ਬਹੁਤ ਆਸਾਨ ਹੋ ਗਈ ਬਹੁਤ ਆਸਾਨ ਹੋ ਜਾਏਗੀ ਕਿਉਂਕਿ ਮੈਂ 90 into 44 ਕਰ ਲਾਂਗਾ ਉਹ ਮੈਨੂੰ ਆਨਸਰ ਮਿਲ ਜਾਊਗਾ ਉਹਦਾ ਸਕੁਅਰ ਰੂਟ ਕੱਢ ਲਾਂਗਾ ਬਾਅਦ ਜੋ ਆਨਸਰ ਆਇਆ ਉਹਨੂੰ ਮੈਂ ਡਿਵਾਈਡ ਕੀਤਾ 60 ਨਾਲ ਤੇ ਮੇਰਾ ਆਨਸਰ 0.95 ਆ ਗਿਆ ਹੈਗਾ। ਬਿਲਕੁਲ ਜੀ ਬਿਲਕੁਲ। ਦੇਖੋ ਇਹ ਇਸ ਤਾਂ ਦੇ ਬਹੁਤ ਕਿੰਨੇ ਆਸਾਨ ਹੈ ਸੌਖੇ ਜੀ। ਤਰੀਕੇ ਦੇ ਨਾਲ ਹੁਣ ਦੇਖੋ ਪਹਿਲੀ ਐਗਜ਼ਾਮਪਲ ਸਮਝਣ ਤੋਂ ਥੋੜਾ ਜ਼ਿਆਦਾ ਟਾਈਮ ਲੱਗਾ। ਨਹੀਂ ਹੁਣ ਦੂਸਰੀ ਤਾਂ example ਕਲੀਅਰ ਹੋ ਗਿਆ ਜੀ। ਜੇ ਬੱਚੇ ਇਸ ਤੋਂ ਬਾਅਦ ਐਂਡ ਤੇ ਦਿੱਤੇ ਹੋਏ 4 ਕੁਐਸਚਨ ਜਿਹੜੇ ਨੇ ਉਹਨਾਂ ਕਰ ਲੈਣਗੇ ਮੇਰੇ ਅਧਿਆਪਕ ਸਾਥੀਆਂ ਨੂੰ ਅਪੀਲ ਹੈ ਕਿ ਤੁਸੀਂ ਇਹ ਜਿਹੜੇ ਵੀਡੀਓ ਹੈ ਬੱਚਿਆਂ ਨੂੰ ਭੇਜ ਦਿਓ। ਬੱਚੇ ਇਹਨੂੰ ਵੇਖ ਕੇ ਹੀ ਕੋਰਿਲੇਸ਼ਨ ਜਿਹੜਾ ਸਹਿਤ ਬੰਦੇ ਜਿਹੜੇ ਇਹਨੂੰ ਪੌਜ਼ ਕਰ ਲੈਣ ਬਸ ਸਕਰੀਨ ਨੂੰ ਤੇ ਮੈਨੂੰ ਲੱਗਦਾ ਉਹ ਆਪੇ ਕੱਢ ਸਕਦੇ ਹੈਗੇ ਨੇ। ਬਿਲਕੁਲ ਬਿਲਕੁਲ ਪਰ ਇਹਨਾਂ ਨਾਲ ਸ਼ੋਰ ਇਹ ਤੇ 4 ਮਾਰਕਸ ਤੋਂ 4 ਹੀ ਮਿਲਨੇ ਜੀ। ਬਿਲਕੁਲ ਕੋਈ 3.5 ਦਾ ਵੀ ਸਕੋਪ ਨਹੀਂ ਹੈਗਾ। ਦੇਖੋ ਬਿਲਕੁਲ ਜਿਹੜਾ ਕੁਐਸਚਨ ਤੁਸੀਂ ਰਿਟਨ ਕਰਦੇ ਹੋ ਉਹਦੇ ਵਿੱਚ ਹੋ ਸਕਦਾ ਉਹਨੂੰ ਕੋਈ ਜਿਹੜਾ ਗਲਤੀ ਚੈੱਕ ਹੈ ਕਰਨ ਵਾਲਾ 6 ਵਾਲੇ ਚ 4 ਦੇਵੇ 5 ਦੇਵੇ 3 ਦੇਵੇ ਉਹਨੂੰ ਤੁਹਾਡਾ ਕੁਐਸਚਨ ਤੇ ਰਿਟਨ ਮਟੀਰੀਅਲ ਪਸੰਦ ਆਏਗਾ ਤੇ ਲੇਕਿਨ ਇਹਦੇ ਵਿੱਚ ਤੇ ਆਨਸਰ ਪੂਰਾ ਹੁਣ ਆਪਾਂ ਦੂਸਰੇ ਫਾਰਮੂਲੇ ਵੱਲ ਆ ਜਾਈਏ ਰੈਂਕ ਮੈਥਡ ਸਪੇਸਮੈਨ ਨੇ ਦਿੱਤਾ ਸੀ। ਇਹ ਸਪੇਸਮੈਨ ਰੈਂਕ ਮੈਥਡ ਹੈ ਜੀ। ਇਹ ਵੀ ਬਹੁਤ ਸਿੰਪਲ ਹੈ ਕੋਈ ਬਹੁਤ ਔਖਾ ਨਹੀਂ ਹੈ ਦੇਖਣ ਚ ਫਾਰਮੂਲਾ ਇੱਕ ਵਾਰ ਵੇਖਣ ਸਾਨੂੰ ਘਬਰਾਹਟ ਪਾਉਂਦਾ ਆ ਪਰ ਜਦੋਂ ਤੁਸੀਂ ਸਮਝਾ ਦਿੰਦੇ ਜੇ ਮੈਨੂੰ ਲੱਗਦਾ ਉਹ ਦੁਨੀਆ ਦਾ ਸਭ ਤੋਂ ਆਸਾਨ ਹੋ ਜਾਂਦਾ ਹੈ। ਨਹੀਂ ਬਿਲਕੁਲ ਜੀ ਬਿਲਕੁਲ ਜਦੋਂ ਚੀਜ਼ ਸਮਝ ਆ ਗਈ ਸਮਝੋ ਤੇ ਬਹੁਤ ਸੌਖਾ ਰਹਿ ਜਾਂਦਾ ਤੇ ਇਹਦਾ ਸਪੇਸਮੈਨ ਰੈਂਕ ਕੋਰਿਲੇਸ਼ਨ ਕੀ ਹੈ ਸਾਡੇ ਕੋਲ 1 - 6 ਸਿਗਮਾ d ਸਕੁਅਰ ਓਵਰ n into n square minus 1 ਕਈ ਕੇਸਿਸ ਫਾਰਮੂਲੇ ਚ n ਕਿਊਬ ਮਾਈਨਸ n ਵੀ ਲਿਖਿਆ ਹੁੰਦਾ ਹੈ ਉਹ n ਨੂੰ ਅੰਦਰ ਜਾ ਕੇ ਲੇਕਿਨ ਅਸੀਂ ਇਸ ਤਰ੍ਹਾਂ ਸਿੰਪਲ ਲਿਖਦੇ ਹਾਂ 1 ਮਾਈਨਸ 1 ਚੋਂ ਘਟਾਉਣਾ ਹੈ 6 ਸਿਗਮਾ d ਸਕੁਅਰ n into n ਸਕੁਅਰ ਮਾਈਨਸ। ਹੁਣ ਮੈਨੂੰ ਇੰਨਾ ਸਮਝ ਆ ਰਿਹਾ ਕਿ n ਦੀ ਵੈਲਿਊ ਪਤਾ ਹੋਵੇ ਤੇ d ਦੀ ਪਤਾ ਨਾ ਤੇ ਬਾਅਦ ਵਿੱਚ ਸਕੁਅਰ ਦੀ ਵੀ ਪਤਾ ਹੋਣ ਤੇ ਫਿਰ ਇਹ ਸਾਈਨ ਮੈਨੂੰ ਲੱਗਦਾ ਅਸੀਂ ਸਵਾਲ ਕਰਨ ਚ ਕਾਮਯਾਬ ਹੋ ਜਾਾਂਗੇ। ਤੇ x y ਦੀ ਦਿੱਤੀ ਹੋਏਗੀ ਕੁਐਸਚਨ ਚ ਦਿੱਤੀ ਹੋਏਗੀ ਬਿਲਕੁਲ ਦਿੱਤਾ ਹੋਵੇਗਾ ਜੀ x y ਦੇ ਵਿੱਚ ਸਾਨੂੰ ਵੈਲਿਊ ਦਿੱਤੀ ਹੋਏਗੀ। ਆ ਦੇਖੋ ਹੁਣ ਅਸੀਂ ਸਾਡੇ ਕੋਲ x y ਦੀ ਵੈਲਿਊ ਸਾਡੇ ਕੋਲ ਦਿੱਤੀ ਹੋਈ x 1000 1250 1100 1080 ਸਮਥਿੰਗ ਹੈ ਸਾਰੇ ਇਹਦੇ ਚ ਅਸੀਂ ਰੈਂਕਿੰਗ ਆਫ x ਕਰਨੀ ਇਹ ਤੇ ਸਭ ਤੋਂ ਇੰਪੋਰਟੈਂਟ ਗੱਲ ਨੋਟ ਕਰਨ ਵਾਲੀ ਬੱਚਿਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੇ
ਦੇਖੋ ਇੱਕ ਨੰਬਰ ਤੇ ਕੀ ਹੈ, ਹਾਂ ਅਸੀਂ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਆਰਡਰ ਤੇ ਇੱਕੋ ਹੀ ਆਰਡਰ ਖੜਿਆ, ਅਸੀਂ ਇਨਕਰੀਜ਼ਿੰਗ ਆਰਡਰ, ਸਭ ਤੋਂ ਛੋਟੀ ਰਕਮ ਸਾਡੇ ਕੋਲ ਕੀ ਹੈ 1000, ਠੀਕ ਹੈ ਜੀ, ਅੱਛਾ ਉਹਨੂੰ ਰੈਂਕ ਅੱਛਾ ਨੰਬਰ ਦੇ ਦਿੱਤਾ ਇੱਕ 1, ਠੀਕ ਹੈ। ਅੱਛਾ ਦੂਜੀ ਕਿਹੜੀ ਹੈ ਸਾਡੇ ਕੋਲ, ਉਸ ਤੋਂ ਬਾਅਦ 1000 ਤੋਂ ਉੱਤੇ ਸਾਡੇ ਕੋਲ ਆ ਗਈ 1080, ਉਹਨੂੰ 1080, ਉਹਨੂੰ ਰੈਂਕ ਨੰਬਰ ਅਸੀਂ ਦੇ ਦਿੱਤਾ 2। ਫਿਰ ਤੀਸਰੀ ਆ ਗਈ ਸਾਡੇ ਕੋਲ 1100, ਉਹਨੂੰ ਰੈਂਕ ਨੰਬਰ ਦੇ ਦਿੱਤਾ 3। ਇਹ ਐਕਸ ਦੀ ਗੱਲ ਕਰ ਰਿਹਾ ਮੈਂ, ਯਾਨੀ ਉਹਨੂੰ ਰੈਂਕਿੰਗ ਵੀ ਵੱਧਦੇ ਕਰਮ ਦੇ ਵੱਡੇ ਵਿੱਚ, ਕਰਮ ਚ ਦਿੱਤਾ ਹੈ ਹਾਂਜੀ, ਹਨਾ, ਔਰ ਜਾਂ ਘਟਦੇ ਕਰਮ ਚ ਵੀ ਹੋ ਸਕਦਾ ਹੈ, ਦੋਵਾਂ ਚੋਂ ਇੱਕ ਹੋ ਲੇਕਿਨ ਜੇ। ਅਸੀਂ ਵੱਧਦੇ ਕਰਮ ਚ ਉਹਨੂੰ ਰੈਂਕਿੰਗ ਜਿਹੜੀ ਹੈ ਉਹਨੂੰ ਕਰਦੇ ਪਏ ਆ, ਠੀਕ ਹੈ। ਇਸੇ ਤਰੀਕੇ ਵਾਈ ਦੀ ਦੇਖੋ, ਵਾਈ ਦੀ ਸਭ ਤੋਂ ਛੋਟੀ ਰਕਮ ਹੈ 900, ਯਾਨੀ ਪਹਿਲਾ ਨੰਬਰ ਆ ਗਿਆ 900, ਦੂਸਰਾ ਆ ਗਿਆ 930, ਉਹ ਆ ਗਿਆ 2 ਨੰਬਰ, ਫਿਰ ਆ ਗਿਆ 940, ਉਹ ਆ ਗਿਆ ਤੁਹਾਡੇ ਕੋਲ 3 ਨੰਬਰ, ਫਿਰ ਆ ਗਿਆ 1000, ਇਹ ਆ ਗਿਆ 4 ਨੰਬਰ। ਰੈਂਕਿੰਗ ਐਕਸ ਵਾਈ ਨਿਕਲ ਗਈ ਸਾਡੇ ਕੋਲ ਜੀ। ਫਿਰ ਡਿਫਰੈਂਸ ਕੱਢਾਂਗੇ। ਹੁਣ ਬੜਾ ਸੌਖਾ, ਦੇਖੋ ਕਿੰਨਾ ਦੇਖਣ ਨੂੰ ਔਖਾ ਲੱਗਦਾ ਸੀ, ਜੀ, ਜੀ, ਸਿੰਪਲ ਜੀ, ਖਤਮ ਹੋ ਜੀ, ਰਿਹਾ ਜੀ, ਸਭ ਜੀ, 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 ਡਿਫਰੈਂਸ, ਯਾਨੀ ਹਾਂ, ਪਹਿਲਾ x ਔਰ y ਦਾ ਫਿਰ ਡਿਫਰੈਂਸ square ਕਰ 0, ਲਾਂਗੇ। 4 ਠੀਕ ਹੈ, 3 ਠੀਕ ਹੈ, 1, ਠੀਕ 3 ਹੈ, 4, ਜੋ ਅਸੀਂ ਰੈਂਕ ਸਾਡੀ ਰੈਂਕਿੰਗ ਤੇ ਡਿਪੈਂਡ ਕਰਦਾ, ਉਹਨੂੰ ਬਿਲਕੁਲ ਸਹੀ ਤਰੀਕੇ ਕਰਨਾ ਹੈ। ਉਹ ਉਹਨੂੰ ਮਾਈਨਸ ਕਰਕੇ ਆ ਗਿਆ d ਆ ਗਿਆ, ਉਹਦਾ ਸਕੁਅਰ ਕਰ ਲਿਆ, ਸਿਗਮਾ d ਸਕੁਅਰ ਸਾਡੇ ਕੋਲ ਕੀ ਆ ਗਿਆ 4, ਸਿਗਮਾ ਵੈਲਿਊ ਬਹੁਤ ਵੱਡੀ ਤੇ ਨਹੀਂ ਆਉਂਦੀ। ਨਾ ਠੀਕ ਨਾ ਹੈ। ਬਿਲਕੁਲ ਸੌਖੀ, ਬਹੁਤ ਸੌਖਾ ਹੋਏਗਾ ਜੀ, ਕਿਉਂਕਿ ਇਹ ਰੈਂਕ ਨਿਕਲ ਗਿਆ ਨਾ, ਤੁਸੀਂ ਪਹਿਲੇ ਹੀ ਉਹਨੂੰ ਰੈਂਕਿੰਗ ਕਰ ਲਈ। ਅੱਛਾ 6 ਨੂੰ ਫਿਰ ਮਲਟੀਪਲਾਈ 4 ਨਾਲ ਕਰਨਾ ਅਸੀਂ, ਕਿਉਂਕਿ ਉਹਦੇ ਫਾਰਮੂਲੇ ਚ 6 ਆਉਂਦਾ ਆ, 1 ਮਾਈਨਸ ਤੇ ਫਿਰ ਮੈਂ n ਲੱਭ ਲਵਾਂ, n ਨਾ ਮੈਂ ਕਿਸ ਤਰ੍ਹਾਂ ਲੱਭਣ ਦੇ, ਦੇਖੋ ਗਿਣਤੀ 2 ਨਾ, 4 ਤੋਂ 6 7, ਦੇਖੋ 7 ਟਰਮਸ ਨੇ, ਤਾਂ n ਕਰਕੇ ਨੰਬਰ ਆਫ ਟਰਮਸ, ਠੀਕ ਹੈ। ਠੀਕ ਆ। ਦੇਖੋ 1 2 3 4 5 6 7, 7 ਟਰਮ ਨੇ, ਯਾਨੀ n ਕਿੰਨਾ ਹੋ ਗਿਆ ਮੇਰਾ 7 ਹੋ ਹਾਂਜੀ ਗਿਆ ਜੀ, ਹਾਂਜੀ ਹਾਂਜੀ ਠੀਕ ਹੈ। ਹੁਣ ਇੱਥੇ ਦੇਖੋ n ਕਿਊਬ ਮਾਈਨਸ n ਲਿਖਿਆ ਹੋਇਆ, ਜਦ ਕਿ ਫਾਰਮੂਲੇ ਦੇ ਪਿੱਛੇ n ਚਲੋ ਦੋਵੇਂ ਇਹ ਤਰੀਕੇ ਨੇ, ਦੋਵੇਂ ਇੱਕੋ ਤਰੀਕੇ ਗੱਲ ਪਰ ਮੈਂ ਕਈ ਵਾਰ ਨਾ ਬੱਚਿਆਂ ਨੂੰ ਇੱਕ ਚੀਜ਼ ਸਿਖਾਉਂਦਾ ਹੁੰਦਾ ਜੇ, ਮੈਂ ਕੀ ਕਰਨਾ ਹੁੰਦਾ ਆ ਬੱਚਿਆਂ ਨੂੰ, ਕਿ ਤੁਸੀਂ ਕੀ ਕਰਨਾ ਹੈਗਾ ਆ ਕਿ 1 ਤੋਂ ਲੈ ਕੇ 19, ਚਲੋ 20 ਤੱਕ ਲਗਾ ਲਓ, 1 ਤੋਂ ਲੈ ਕੇ 19 ਜਾਂ 20 ਤੱਕ ਤੁਸੀਂ ਸਾਰਿਆਂ ਦੇ ਸਕੁਅਰ ਯਾਦ ਕਰਨੇ ਹੈਗੇ। ਬਿਲਕੁਲ ਬਿਲਕੁਲ ਇੱਕ ਦਾ ਵੀ 1 ਹੁੰਦਾ, 2 ਦਾ ਜੀ 4 ਹੁੰਦਾ ਆ, 10 ਦਾ ਜੀ 100 ਹੁੰਦਾ, ਠੀਕ ਹੈ ਨਾ। ਇਸ ਤਰ੍ਹਾਂ ਕਰਦੇ ਕਰਦੇ ਕਿੱਥੋਂ ਤੱਕ ਕਰ ਲਓ, ਕਮ ਸੇ ਕਮ 20 ਤੱਕ ਕਰ ਲਓ, ਘੱਟੋ ਘੱਟ 20 ਤੱਕ ਜਾਂ 30 ਤੱਕ ਵੀ ਕਰ, ਹੈ ਨਾ। 20 ਤੱਕ ਚਲੋ ਮਿਨੀਮਮ ਮੈਂ ਕਰਾਉਣਾ ਪਹਿਲਾਂ ਉਹਨਾਂ ਨੂੰ। ਹੁਣ 20 ਤੋਂ ਕਰਾਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਊਬ ਕਰਾਉਂਦਾ ਜੀ। ਬਿਲਕੁਲ ਕਿਊਬ ਮੈਂ ਉਹਨਾਂ ਨੂੰ ਕਿ ਚਲੋ ਜ਼ਿਆਦਾ ਨਹੀਂ, ਤੁਸੀਂ 9 ਤੱਕ ਜਾਂ 10 ਤੱਕ ਕਰ ਲੈਣਾ ਹੈਗਾ, ਕਿਉਂਕਿ ਜੇ 9 10 ਤੱਕ ਵੀ ਆਪਾਂ ਕਰ ਲਈਏ ਤੇ ਫਿਰ ਕਿਤੇ ਨਾ ਕਿਤੇ ਸਾਡੀ ਮੁਸ਼ਕਲ ਹੱਲ ਹੋ ਜਾਂਦੀ ਹੈਗੀ ਆ। ਤੇ ਹੁਣ ਦੇਖੋ ਇਸ ਫਾਰਮੂਲੇ 'ਚ ਜਦੋਂ ਮੈਂ ਤੁਹਾਨੂੰ ਨਜ਼ਰ ਦੇ ਰਿਹਾ ਕਿ ਜੇ 7 ਦਾ ਮੈਨੂੰ ਕਿਊਬ ਪਤਾ ਹੁੰਦਾ ਤੇ 3 4 3 ਮੈਂ ਪਹਿਲੇ ਲਿਖ ਦੇਣਾ ਹੈ, ਕੈਲਕੂਲੇਟਰ ਵੀ ਕਰਨਾ ਨਹੀਂ ਹੋਣਾ ਹੈ। ਤੇ ਜਿਹੜਾ ਜਿਹਨੂੰ ਪਤਾ ਹੈ ਵੀ ਇਹਦੇ ਵਿੱਚੋਂ ਮੈਂ ਮਾਈਨਸ ਕਰਨਾ ਹੈਗਾ ਆ, ਹੁਣ ਦੇਖੋ ਇਹਦੇ 'ਚ ਕਿੰਨਾ ਆਸਾਨ ਆ ਕਿ 3 4 3 ਨੂੰ ਮੈਂ ਕੀ ਨਾ ਇਹ 'ਚ 7 ਮਾਈਨਸ ਵੀ ਕਰ ਲਿਆ, ਹੁਣ 24 ਨਾਲ ਮੈਂ ਡਿਵਾਈਡ ਕਰ ਲਾਂਗਾ, 24 ਨੂੰ ਡਿਵਾਈਡ ਕਰੋ, ਹਾਂ ਡਿਵਾਈਡ ਕਰ ਲਾਂਗਾ, ਮਤਲਬ 24 ਨੂੰ ਡਿਵਾਈਡ ਕਰ ਲਾਂਗਾ ਨਾ ਇਸ ਨੰਬਰ ਨਾਲ 336 ਨਾਲ, ਤੇ ਫਿਰ ਜੋ ਮੇਰਾ ਆਨਸਰ ਆ ਜਾਏਗਾ ਉਹਨੂੰ 1 ਚੋਂ ਮੈਂ ਮਾਈਨਸ ਕਰ ਲਾਂਗਾ, ਤੇ ਜ਼ਾਹਿਰ ਜੀ ਗੱਲ ਹੈ ਮੇਰਾ ਆਨਸਰ, ਕਿਉਂਕਿ ਹੁਣ 1 ਤੋਂ ਵੀ ਛੋਟਾ ਨਿਕਲਿਆ ਤੇ ਮੇਰਾ ਆਨਸਰ ਪੋਜ਼ਿਟਿਵ ਨਿਕਲਿਆ, ਪੋਜ਼ਿਟਿਵ 0.929 ਹੈ ਸਾਡੇ ਕੋਲ ਆ ਗਿਆ। ਹੁਣ ਇਹ ਪਹਿਲੇ ਨਾਲੋਂ ਹੋਰ ਸੌਖਾ ਮੈਥਡ ਹੋ ਗਿਆ ਸਾਡੇ ਕੋਲ, ਜੀ 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 ਠੀਕ ਹੈ। ਜੀ। ਇਸ ਤਰੀਕੇ ਨਾਲ ਹੁਣ ਦੇਖੋ ਇਹ ਦੋਨੋਂ ਮੈਥਡ ਬੱਚਿਆਂ ਨੂੰ ਚੋਇਸ ਆ ਕਿ ਉਹ ਕਿੱਥੋਂ ਕੱਢਣ, ਕਿ ਕਈ ਵਾਰ ਲਿਖਿਆ ਜਾਂਦਾ ਹੈ, ਲਿਖਿਆ ਆਏਗਾ ਜੀ, ਤੁਸੀਂ ਕੋ ਫਾਈਂਡ ਦਾ ਕੋਰਿਲੇਸ਼ਨ ਕੋਐਫੀਸ਼ੀਐਂਟ ਵਿਦ ਕਿਹੜੇ ਮੈਥਡ ਨਾਲ, ਕਾਰਲ ਪੀਅਰਸਨ ਜਾਂ ਚਲੋ ਦੋਵੇਂ ਪਤਾ ਹੋਣ ਕਹਿੰਦਾ ਮਤਲਬ ਮੈਥਡ, ਜਿਹੜੇ ਮੈਥਡ ਨਾਲ ਕਿਹਾ ਜਾਏਗਾ ਉਹ ਮੈਥਡ ਨਾਲ ਕਰਨਾ। ਕਈ ਵਾਰੀ ਜੇ ਨਾ ਲਿਖਿਆ ਹੋਏਗਾ ਤੇ ਦੋਨਾਂ ਤੋਂ ਜਿਹੜਾ ਮਰਜ਼ੀ ਮੈਥਡ, ਜਿਹੜਾ ਮੈਥਡ ਉਹਨਾਂ ਨੂੰ ਆਸਾਨ ਲੱਗੇਗਾ, ਬਹੁਤ ਸੌਖੇ ਨੇ ਉਹਦੇ ਨਾਲ ਕਰ ਸਕਦੇ। ਪਰ ਇਹ ਮੈਨੂੰ 4 ਨੰਬਰ ਪੱਕੇ ਨਜ਼ਰ ਆ ਰਹੇ ਨੇ, ਤੇ ਜਿਹਦੇ ਬੱਚੇ ਦਾ ਇਹ ਕੌਨਫੀਡੈਂਸ ਬੜਾ ਵੱਧ ਜਾਂਦਾ ਜਦੋਂ ਨਿਊਮੈਰਿਕ ਕਰਦਾ ਨਾ, ਉਹ ਬੱਚੇ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਭਾਈ ਮੈਂ ਆਹ ਕੰਨ 'ਚ ਕਾਮਯਾਬ ਹੋ ਗਿਆ, ਮੈਨੂੰ ਲੱਗਦਾ ਹੁਣ ਇਹ ਸੌਖਾ ਹੀ ਹੈ, ਤੇ ਹੋਰ ਐਗਜ਼ਾਮਪਲ ਹੈ ਹੋਰ ਸੌਖਾ ਲੱਗੇਗਾ। ਦੇਖੋ ਫਾਰਮੂਲਾ ਉਹੀ ਹੈ, ਉੱਤੇ ਲਿਖਿਆ ਹੋਇਆ x ਦੀ ਵੈਲਿਊ ਰਕਮ ਮੈਨੂੰ ਸਮ ਆਏਗਾ, ਸਿੱਧੇ ਆ ਲਿਖਿਆ ਹੋਇਆ, ਪਹਿਲਾਂ ਮੈਂ d ਸਕੁਅਰ ਕਰ ਲਿਆ ਜੀ, ਦੇਖੋ 26 ਆ ਗਿਆ। ਅਜੇ ਉੱਥੇ ਨਾ ਪਹੁੰਚੋ, ਅਜੇ ਸਭ ਤੋਂ ਪਹਿਲੇ ਮੈਂ ਦੱਸਣਾ ਚਾਹੁੰਦਾ ਕਿ ਬੱਚੇ ਨੂੰ ਕਈ ਵਾਰ ਰਕਮ ਕਿੱਦਾਂ ਦੀ ਲਿਖੀ ਆਏਗੀ, ਉਹ ਰਕਮ ਏਦਾਂ ਲਿਖੀ ਆਏਗੀ, x ਦੀ ਵੈਲਿਊ 10 6 9 12 8, y ਦੀ ਵੈਲਿਊ ਆਏਗੀ ਸਾਡੇ ਕੋਲ, y ਦੀ ਵੈਲਿਊ ਸਾਡੇ ਕੋਲ 8 7 5 6 9, ਇਸ ਤਰੀਕੇ ਵੈਲਿਊ ਆ ਗਈਆਂ। ਹੁਣ ਅਸੀਂ ਰੈਂਕ ਕੱਢਣਾ, ਪਹਿਲੇ ਰੈਂਕ ਆਫ x ਕੀ ਕੱਢਾਂਗੇ, ਸਭ ਤੋਂ ਜਿਹੜਾ ਹੈਗਾ ਇੱਕ ਨੰਬਰ ਸਭ ਤੋਂ ਜ਼ਿਆਦਾ ਕੀ ਹੈਗਾ, ਹੁਣ ਦੇਖੋ ਇੱਥੇ ਉਲਟ ਕੀਤਾ ਅਸੀਂ, ਦੇਖਣਾ ਇੱਥੇ ਅਸੀਂ ਉਹਨੂੰ ਉਸ ਤਰੀਕੇ ਕਨਵਰਟ ਕਰਕੇ ਸਿੱਧਾ ਲਿਖਿਆ ਨਹੀਂ ਹੈ, ਅਸੀਂ ਉਹਦੇ ਤੇ ਵੱਡੇ ਤੋਂ ਛੋਟੇ ਵੱਲ ਕਰ ਰਹੇ ਹਾਂ। ਹਾਂਜੀ, ਸਭ ਤੋਂ ਵੱਡੀ ਰਕਮ ਹੈ ਸਾਡੇ ਕੋਲ 12, ਉਹਨੂੰ ਇੱਕ ਨੰਬਰ ਰੈਂਕ ਦੇ ਦਿੱਤਾ। ਮੈਂ ਇਹ ਐਗਜ਼ਾਮਪਲ ਤਦ ਲਈ ਹੈ, ਇੱਕ ਪਾਸੇ ਉਹਨੂੰ ਬਿਲਕੁਲ ਸਹੀ ਰੱਖ ਕੇ ਉਹਨੂੰ 1 2 ਨੰਬਰ ਉਸ ਤੇ ਅਸੀਂ ਚੜ੍ਹਦੇ ਕ੍ਰਮ 'ਚ ਲਿਖਿਆ ਸੀ, ਹੁਣ ਘਟਦੇ ਕ੍ਰਮ 'ਚ ਵੀ ਲਿਖ ਸਕਦੇ ਹਾਂ, ਯਾਨੀ 12 ਨੂੰ ਨੰਬਰ ਅਸੀਂ 1 ਦੇ ਦਿੱਤਾ, ਤੁਸੀਂ ਦੇਖੋਗੇ RX ਦਾ ਜਿਹੜਾ ਥੱਲੇ ਕਾਲਮ ਹੈ, ਦੂਜੀ ਰਕਮ ਹੈ 12 ਤੋਂ ਬਾਅਦ 10, ਔਰ ਪਹਿਲੀ ਰਕਮ ਹੈ ਉਹਨੂੰ ਅਸੀਂ 2 ਦੇ ਦਿੱਤਾ,
ਤੀਸਰੀ 10 ਤੋਂ ਬਾਅਦ 9 ਹੈ, ਉਹਨੂੰ 3 ਦੇ ਦਿੱਤਾ। ਫਿਰ ਉਸ ਤੋਂ ਬਾਅਦ 8 ਹੈ, ਉਹਨੂੰ 4 ਦੇ ਦਿੱਤਾ। ਫਿਰ ਉਸ ਤੋਂ ਬਾਅਦ 6 ਹੈ, ਉਹਨੂੰ ਅਸੀਂ 5 ਦੇ ਦਿੱਤਾ। ਸਿਮਿਲਰਲੀ ਅਸੀਂ y ਦੇ ਕੇਸ ਦੇ ਵਿੱਚ ਵੀ ਕੱਢਿਆ, ਉਹਨਾਂ ਦੋਨਾਂ ਦਾ ਡਿਫਰੈਂਸ ਕੱਢ ਲਿਆ, ਮਾਈਨਸ ਕੀਤਾ, 2 - 2 ਯੂਰੋ, 5 - 3 2, 3 - 5 ਮਾਈਨਸ। ਅੱਛਾ ਬੱਚਿਆਂ ਨੂੰ ਇੱਕ ਚੀਜ਼ ਬੇਟਾ ਇੱਕ ਧਿਆਨ ਰੱਖਣਾ ਹੈ, ਤੁਸੀਂ ਛੋਟੀ ਤੋਂ ਵੱਡੀ ਰਕਮ ਘਟਾ ਰਹੇ ਹੋ ਕਿ ਵੱਡੀ ਤੋਂ ਛੋਟੀ ਰਕਮ ਘਟਾ ਰਹੇ ਹੋ? ਇੱਥੇ ਅਸੀਂ ਗਲਤੀ ਕਰ ਜਾਂਦੇ ਹਾਂ। ਅੱਛਾ 5 - 3 ਕੀਤਾ ਹੈ ਤੇ ਵੱਡੀ 5 ਹੈ, -2 -3 ਹੈ, ਚ ਆ ਇਹਦੇ ਵਿੱਚ 2 ਆਂਸਰ ਆਇਆ। ਜੇ ਹੂੰ 3 - 5 ਕਰ ਰਹੇ ਹੋ ਤਾਂ ਮਾਈਨਸ ਦੀ ਰਕਮ ਵੱਡੀ ਹੈ, ਇਸ ਕਰਕੇ -2 ਆਏਗਾ। 1 - 4 ਕਰ ਰਹੇ ਹੋ ਤਾਂ -3 ਆਏਗਾ। ਜੀ 4 - ਬਿਲਕੁਲ 1 ਕਰ ਰਹੇ ਹੋ ਤਾਂ 3 ਆਏਗਾ। ਜੀ। ਬੇਸਿਕ ਨਾ ਮੈਨੂੰ ਉਹੀ ਗੱਲ ਆਉਂਦੀ ਹੁੰਦੀ ਹੈ, ਮੈਂ ਤੁਹਾਨੂੰ ਬਾਰ-ਬਾਰ ਡਿਸਕਸ ਕਰਦਾ ਹੁੰਨਾ ਕਿ ਕਿਤੇ ਨਾ ਕਿਤੇ ਜਦੋਂ ਬੱਚੇ ਸਟਾਰਟ ਹੋਏ ਸਾਡੇ ਕੋਲ ਆਉਂਦੇ ਆ ਨਾ, ਹਾਂਜੀ ਉਹਨਾਂ ਨੂੰ ਇਹ ਬੜੇ ਸਿੰਪਲ ਫਾਰਮੂਲੇ ਜ਼ਰੂਰ ਕਰਾ ਦੇਣੇ ਚਾਹੀਦੇ। ਮੈਂ ਹੁਣੇ ਤੁਹਾਨੂੰ ਕਿਊਬ ਦਾ ਸਕੁਅਰ ਦਾ ਦੱਸਿਆ ਨਾ, ਇਸੇ ਤਰੀਕੇ ਨਾਲ ਮੈਂ ਇੱਕ ਚੀਜ਼ ਹੋਰ ਕਰਾਉਂਦਾ ਹੁੰਦਾ ਜੇ ਕਿ -1 ਤੇ -1 ਇਹਦਾ ਜਵਾਬ ਦੱਸੋ, +1 ਤੇ +1 ਦੱਸੋ, ਤੇ ਚਲੋ +2 ਹਰ ਇੱਕ ਦੱਸਦਾ ਹੈਗਾ ਨਾ। ਹਾਂਜੀ ਫਿਰ -1 ਤੇ +1 ਦਾ ਆਨਸਰ ਦੱਸੋ, +1 ਤੇ -1 ਦਾ ਦੱਸੋ। ਅਗਰ ਇੰਨਾ ਵੀ ਬੇਸਿਕ ਕਿਸੇ ਨੂੰ ਪੁੱਛ ਲਈਏ ਨਾ ਤੇ ਉਹਨੂੰ ਕਲੀਅਰ ਹੋ ਜਾਂਦਾ। ਤੇ ਬਾਅਦ ਚ ਜਿਹੜੇ ਤੁਸੀਂ ਆਹ ਫਾਰਮੂਲਾ ਦੱਸਿਆ ਸੀ ਕਿ ਬਾਅਦ ਚ ਫਿਰ ਉਹਨੂੰ ਹਰ ਇੱਕ ਰਕਮ ਚੋਂ ਹਰ ਇੱਕ ਰਕਮ ਘਟਾਉਣੀ ਆ ਜਾਂਦੀ ਹੈਗੀ ਆ, ਫਿਰ ਉਹ 3 ਚੋਂ 5 ਘਟਾ ਲੈਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਬਈ ਇਹ -2 ਆਉਣਾ ਆਨਸਰ ਇਹਦਾ, ਜਦੋਂ ਮੈਂ 1 ਚੋਂ 4 ਘਟਾ ਰਿਹਾ ਤਾਂ -3 ਆਉਣਾ ਹੈ। ਅੱਛਾ ਚਲੋ ਠੀਕ ਹੈ ਜੀ। ਹੁਣ ਅਸੀਂ ਇਹਨੂੰ ਅਪਲਾਈ ਕਰ ਦਿੰਦੇ ਹਾਂ ਫਾਰਮੂਲੇ ਦੇ ਵਿੱਚ, ਤੇ ਆਰ ਕੇ ਜਿਹੜਾ ਹੈਗਾ ਅਸੀਂ ਰੈਂਕ ਕੋਰਿਲੇਸ਼ਨ ਜਦੋਂ ਅਸੀਂ ਕੱਢਨੇ 1 - 6 ਸਿਗਮਾ d ਸਕੁਅਰ ਓਵਰ n ਇੰਟੂ n ਸਕੁਅਰ -1, 6 ਇੰਟੂ 38 ਆਇਆ ਸਾਡਾ d ਸਕੁਅਰ। ਥੱਲੇ 6, ਕਿਉਂਕਿ 6 ਰਕਮਾਂ ਸਨ, ਦੇਖੋ x ਦੀਆਂ 1 2 3 4 5 6 ਨੇ, 6 ਇੰਟੂ 6 ਸਕੁਅਰ -1, ਉਹਨੂੰ ਹੱਲ ਕਰ ਲਿਆ, ਇਹ ਸਾਡਾ ਆਨਸਰ ਆ ਗਿਆ। ਆ ਜਿਹੜੇ ਦੋ ਐਗਜ਼ਾਮਪਲ ਇਹ ਸੀ, ਮਾਈਨਸ ਚ ਆਇਆ। ਇੱਕ ਉਹਦੇ ਚ 5 ਹੀ, ਇਸ ਕਰਕੇ ਥੱਲੇ ਆਪਾਂ 5 ਰੱਖ ਲਿਆ ਸੀ। ਹਾਂਜੀ ਬਿਲਕੁਲ। ਇੱਥੇ ਸਾਡੇ ਕੋਲ 6 ਸੀ ਤੇ ਆਪਾਂ 6 ਰੱਖ ਲਿਆ ਇਹਦੇ 6 ਹੈਗਾ ਆ। ਰੱਖ ਲਿਆ। ਇੰਨਾ ਹੀ ਕੰਮ ਹੈਗਾ ਹੁਣ ਸੀ। ਇੱਥੇ ਇੱਕ ਐਗਜ਼ਾਮਪਲ ਚ ਛੋਟੀ ਜਿਹੀ ਚੀਜ਼ ਹੋਰ ਮੈਂ ਐਡ ਕੀਤੀ ਹੈ, ਇਹ ਐਗਜ਼ਾਮ ਚ ਆ ਜਾਂਦੀ ਹੈ। ਦੇਖੋ ਕਈ ਵਾਰੀ ਦੋ ਟਰਮਾਂ ਇਕੱਠੀਆਂ ਇੱਕੋ ਜਿਹੀ ਆ ਜਾਂਦੀ ਹੈ। ਫੋਰ ਐਗਜ਼ਾਮਪਲ ਇੱਥੇ x ਵਾਲੀ ਟਰਮ 10 ਔਰ 10 ਦੋ ਵਾਰੀ ਆਇਆ, 8 ਔਰ 8 ਦੋ ਵਾਰੀ ਆਇਆ। ਹਾਂ ਹੈਗਾ ਠੀਕ ਹੈ ਸੀ। ਜੀ। ਹਾਂਜੀ 15 ਤਾਂ ਇੱਕ ਨੰਬਰ ਤੇ ਆ ਗਿਆ, ਰੈਂਕ 1 ਆ ਗਿਆ 15 ਦਾ। ਹਾਂ 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 ਉਸ ਤੋਂ ਬਾਅਦ ਜਿਹੜਾ 12 ਹੈ ਉਹਦਾ 2 ਨੰਬਰ ਰੈਂਕ ਆ ਗਿਆ, ਉਹ ਵੀ ਠੀਕ ਹੈ। 3 ਨੰਬਰ ਰੈਂਕ ਆਇਆ 10 ਦਾ, ਅੱਛਾ ਲੇਕਿਨ ਉਹ ਦੋ ਵਾਰੀ ਹੈ। ਹਾਂਜੀ 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 ਯਾਨੀ 2 ਵਾਰੀ 3 ਰੈਂਕ ਆਇਆ ਤੇ ਉਹ ਕਿੰਨਾ ਆਇਆ 3.5 ਤੇ 3.5, ਉਹ ਦੋਨਾਂ ਨੂੰ ਕਰ ਲਿਆ, ਉਹਦਾ 3.5 3.5 ਆ ਗਿਆ। ਐਸੀ ਤਰੀਕੇ ਨਾਲ ਅਗਲਾ ਜਿਹੜਾ ਆਇਆ ਸਾਡੇ ਕੋਲ 8, ਉਹ ਵੀ ਦੋ ਵਾਰੀ ਆਇਆ। ਮੇਰਾ ਪੁਆਇੰਟ ਫਾਲੋ ਕਰ ਗਏ? ਮੇਰੇ ਖਿਆਲ ਮੇਰੇ ਬੱਚੇ ਫਾਲੋ ਕਰ ਨਹੀਂ ਮੈਂ ਸਮਝ ਗਿਆ ਕਿ ਡਬਲ ਆ ਰਹੀ ਜਿਹੜੀ ਚੀਜ਼ ਡਬਲ ਆ ਗਈ, ਯਾਨੀ ਉਹਨੂੰ ਪਹਿਲਾ ਰੈਂਕ ਕਰ ਲਿਆ, ਦੂਸਰਾ ਕਰ ਲਿਆ, ਤੀਸਰਾ ਔਰ ਚੌਥਾ ਸੇਮ ਹੈ। ਤੀਜਾ ਚੌਥਾ ਸੇਮ ਹੈ। 3 + 4 ਕਿੰਨੇ ਹੁੰਦੇ ਨੇ? 7, 7/2 ਕਰ ਲਿਆ 3.5, ਤੇ ਉਹਦਾ ਰੈਂਕ ਵੀ 3.5 ਹੈ ਤੇ ਉਹਦਾ ਰੈਂਕ ਵੀ 3.5 ਹੈਗਾ। ਠੀਕ ਹੈ। ਇਸ ਤਰੀਕੇ ਪੰਜਵਾਂ ਔਰ ਛੇਵਾਂ ਰੈਂਕ ਜਿਹੜਾ ਸੇਮ ਹੈ, ਦੋਨੋਂ 8-8 ਨੇ। 5 ਔਰ 6 11, 11/2 ਆ ਗਿਆ 5.5, ਉਹਦਾ ਰੈਂਕ 5.5 ਔਰ 5.5 ਦੇ ਦਿੱਤਾ। ਇੱਥੇ ਇੱਕ ਪੁਆਇੰਟ ਸਮਝਣਾ, ਤਿੰਨੋਂ ਅਲੱਗ-ਅਲੱਗ ਐਗਜ਼ਾਮਪਲ ਨਹੀਂ ਹੈ ਕਿ ਬੱਚੇ ਕਨਫਿਊਜ਼ ਨਾ ਹੋਣ ਐਗਜ਼ਾਮ ਦੇ ਉੱਤੇ। ਠੀਕ ਹੈ ਜੀ। ਉਸ ਤੋਂ ਬਾਅਦ ਕੁਝ ਆਪਰੇਸ਼ਨ ਨੇ, ਇਹਨਾਂ ਨੂੰ ਤੁਸੀਂ ਆਪਣੇ ਹੱਲ ਕਰ ਸਕਦੇ ਹੋ। ਇਹਨਾਂ ਸਮ ਨੂੰ ਤੁਸੀਂ ਈਜ਼ੀਲੀ ਬੈਠ ਕੇ ਘਰ ਪ੍ਰੈਕਟਿਸ ਕਰੋ। ਤੁਸੀਂ ਇਹਦਾ ਜਿਹੜਾ ਹੈ ਕਾਫੀ ਫਾਇਦਾ ਲੈ ਸਕਦੇ ਹੋ ਕਿ ਇਹ 5-6 ਸਮ ਜੇ ਤੁਸੀਂ ਕਰ ਲਓ ਤਾਂ ਸਮਝੋ 4 ਮਾਰਕ ਤੁਹਾਡੇ ਐਗਜ਼ਾਮ ਦੇ ਵਿੱਚ ਬਿਲਕੁਲ ਪੱਕੇ ਨੇ। ਬੇਟਾ ਪੂਰੀ ਕੋਸ਼ਿਸ਼ ਕਰੀਏ, ਜੇ ਸਾਡੀ ਸਰਕਾਰ ਸਾਡੀ ਮਦਦ ਕਰ ਰਹੀ ਹੈ, ਸਾਡੇ ਨਾਲ ਚੱਲ ਕੇ ਮਿਸ਼ਨ 100% ਵਾਸਤੇ ਕੰਮ ਕਰ ਰਹੀ ਹੈ, ਡੇਲੀ YouTube ਤੇ Facebook ਤੇ ਜਿਹੜੇ ਸਾਡੇ ਆਨਲਾਈਨ ਲੈਕਚਰ ਆ ਰਹੇ ਨੇ, ਤੇ ਕਿਉਂ ਨਾ ਅਸੀਂ ਵੀ ਥੋੜੀ ਮਿਹਨਤ ਕਰੀਏ, ਆਪਣਾ ਰੀਡਿੰਗ ਕਾਰਨਰ ਬਣਾਈਏ ਔਰ ਜਿਹੜਾ 100% ਰਿਜ਼ਲਟ ਜਿਹੜਾ ਅਸੀਂ ਲਈਏ। ਸੋ ਥੈਂਕ ਯੂ ਬੇਟਾ। ਅੱਜ ਦਾ ਟੌਪਿਕ ਤੁਹਾਨੂੰ ਸਮਝ ਆਇਆ ਹੋਵੇਗਾ। ਮੈਂ ਆਸ ਕਰਦਾ ਕਿ ਤੁਸੀਂ ਇਹ 'ਤੇ ਮਿਹਨਤ ਕਰੋ। ਥੈਂਕ ਯੂ। ਬਹੁਤ ਧੰਨਵਾਦ ਰਾਜਵਿੰਦਰ ਜੀ, ਤੁਸੀਂ ਸਾਡੇ ਕੋਲ ਆਉਂਦੇ ਹੈਗੇ ਜੇ। ਆਪਣੀਆਂ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਸਾਡੀਆਂ, ਮਗਰ ਉਹਨਾਂ ਨੂੰ ਤੁਸੀਂ ਪਿੱਛੇ ਰੱਖ ਕੇ ਬੱਚਿਆਂ ਦੀ ਮੁਸ਼ਕਲਾਂ ਨੂੰ ਅੱਗੇ ਰੱਖਦੇ ਹੈਗੇ ਜੇ। ਤੇ ਕਿਤੇ ਨਾ ਕਿਤੇ 100% ਮਿਸ਼ਨ ਜਿਹੜਾ ਆਪਾਂ ਲੈ ਕੇ ਚੱਲੇ ਹੈਗੇ ਆ ਕਿ ਸਾਰਿਆਂ ਦਾ ਰਿਜ਼ਲਟ ਪਾਸ ਮਾਰਕ ਵਿੱਚ ਆ ਜਾਣ, ਸਾਰੇ ਬੱਚੇ ਹੁਸ਼ਿਆਰ ਬਣਨ ਸਾਡੇ। ਤੇ ਇਸ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।